ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ 52 ਹੁਕਮ ਨੇ, ਉਸ ਲੜੀ ਦੇ ਵਿੱਚ ਸਾਡਾ ਜਿਹੜਾ ਅੱਜ ਦਾ ਵਿਚਾਰ ਦਾ ਵਿਸ਼ਾ ਹੈ, ਜੋ ਅੱਜ ਦਾ ਸਾਡਾ ਟੌਪਿਕ ਹੈ, ਉਹ ਹੈ ਗੁਰੂ ਸਾਹਿਬ ਦਾ ਜਿਹੜਾ 18ਵਾਂ ਹੁਕਮ ਹੈ। ਉਹ ਹੁਕਮ ਹੈ ਗੁਰੂ ਸਾਹਿਬ ਦਾ ਕਿ ਰਹਿਤਵਾਨ ਅਤੇ ਨਾਮ ਜਪਣ ਵਾਲੇ ਗੁਰਸਿੱਖਾਂ ਦੀ ਸੰਗਤ ਕਰਨਾ। Keep the company of Gursikhs who maintain their ਰਹਿਤ ਮਰਿਆਦਾ and do ਨਾਮ ਜਾਪ। ਆਪਾਂ ਇਹ ਲੜੀ ਜਿਹੜੀ ਹੈ ਪਿਛਲੇ ਸਾਲ ਸ਼ੁਰੂ ਕੀਤੀ ਸੀਗੀ, ਔਰ ਇਸ ਦੇ ਵਿੱਚ ਕਈ ਜਿਹੜੇ ਟੌਪਿਕਸ ਨੇ, ਗੁਰੂ ਸਾਹਿਬ ਦੇ ਕਈ ਜਿਹੜੇ ਹੁਕਮ ਨੇ, ਉਹਨਾਂ ਦੇ ਉੱਤੇ ਅਸੀਂ ਵਿਚਾਰ ਕੀਤੀ ਹੈ। ਉਸ ਦੇ ਵਿੱਚ ਹੁਣ ਤੱਕ ਅਸੀਂ ਜੋ ਵੀ ਹੁਕਮ ਦੇਖੇ ਨੇ, ਉਸ ਦੇ ਵਿੱਚ ਆਪਾਂ ਇਹ ਗੱਲ ਨੋਟਿਸ ਕੀਤੀ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਇੱਕ ਅੱਛਾ ਜੀਵਨ ਬਤੀਤ ਕਰਨ ਵਾਸਤੇ ਕਈ ਡਿਫਰੈਂਟ ਕਿਸਮ ਦੀਆਂ ਸਾਨੂੰ ਉਹਨਾਂ ਨੇ ਇੰਸਟਰਕਸ਼ਨਸ ਦਿੱਤੀਆਂ ਨੇ। ਉਹ ਇੰਸਟਰਕਸ਼ਨਸ ਜਿਹੜੀਆਂ ਨੇ ਉਹ ਸਾਡੇ ਖਾਣ ਪੀਣ ਨੂੰ ਵੀ ਲੈ ਕੇ ਹੈਗੀਆਂ ਨੇ, ਸਾਡੀ ਉੱਠਣ ਬੈਠਣ ਨੂੰ ਲੈ ਕੇ ਹੈਗੀਆਂ ਨੇ, ਸਾਡਾ ਇੱਕ ਫਿਜ਼ੀਕਲ, ਮੈਂਟਲ ਔਰ ਜਿਹੜਾ ਸਪਿਰਿਚੁਅਲ ਵੈਲਬੀਇੰਗ ਹੈ ਇੱਕ ਸਿੱਖ ਦੀ, ਉਸ ਨੂੰ ਪ੍ਰਮੋਟ ਕਰਨ ਵਾਸਤੇ, ਉਸ ਨੂੰ ਐਨਹਾਂਸ ਕਰਨ ਵਾਸਤੇ ਗੁਰੂ ਸਾਹਿਬ ਨੇ ਇੱਕ ਕੋਡ ਆਫ ਕੰਡਕਟ ਜਿਹੜੇ ਨੇ ਇਹ ਸਾਨੂੰ ਦਿੱਤੇ ਨੇ, ਜੋ ਕਿ 52 ਹੁਕਮਾਂ ਦੇ ਤੌਰ ਤੇ ਦਰਜ ਨੇ। ਆਪਾਂ ਇਹ ਵੀ ਵਿਚਾਰ ਕੀਤੀ ਸੀ ਕਿ ਵੀ ਇਹ ਜਿਹੜੇ 52 ਹੁਕਮ ਨੇ, ਇਹਨਾਂ ਦੀ ਹਿਸਟਰੀ ਕੀ ਹੈ। ਆਪਾਂ ਬਰੀਫਲੀ ਜਿੰਨੇ ਵੀ ਰਹਿਤਨਾਮੇ ਨੇ, ਉਹਨਾਂ ਰਹਿਤਨਾਮਿਆਂ ਨੂੰ ਵੀ ਆਪਾਂ ਇੱਕ ਵਾਰੀ ਵਿਚਾਰਿਆ ਸੀਗਾ ਵੀ ਕਿੰਨਾ ਸਿੰਘਾਂ ਨੇ ਗੁਰੂ ਸਾਹਿਬ ਦੇ ਨਾਲ ਜੋ ਉਹਨਾਂ ਦਾ ਡਿਸਕੋਰਸ ਹੋਇਆ, ਉੱਥੋਂ ਉਹ ਰਹਿਤਨਾਮੇ ਜਿਹੜੇ ਨੇ ਉਹ ਬਣੇ ਨੇ। ਔਰ ਫਿਰ ਅਸੀਂ ਇਹ ਵੀ ਵਿਚਾਰ ਕੀਤਾ ਸੀ ਕਿ ਕਿਸ ਤਰ੍ਹਾਂ ਉਹ ਜਿਹੜੇ ਰਹਿਤਨਾਮੇ ਨੇ ਜਾਂ ਤਨਖਾਹਨਾਮੇ ਵੀ ਨੇ, ਉਹਨਾਂ ਤੋਂ ਹੌਲੀ-ਹੌਲੀ ਓਵਰ ਅ ਪੀਰੀਅਡ ਆਫ ਮੋਰ ਦੈਨ 200 years ਜਿਹੜੀ ਅੱਜ ਦੀ ਸਿੱਖ ਰਹਿਤ ਮਰਿਆਦਾ ਹੈ ਉਹ ਬਣੀ। How the present Sikh ਰਹਿਤ ਮਰਿਆਦਾ has come into its current state, ਅਸੀਂ ਉਸ ਗੱਲ ਨੂੰ ਵੀ ਦੇਖਿਆ ਸੀਗਾ। ਇੱਕ ਜਿਹੜੀ ਚੀਜ਼ ਵਿਚਾਰਯੋਗ ਹੈ, ਜਿਹੜੀ ਇਸ ਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੀ ਹੈ, ਉਹ ਇਹ ਹੈ ਕਿ ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ, ਇਹਨਾਂ ਦਾ ਅਗਰ ਅਸੀਂ ਸ਼ੁਰੂਆਤ ਦੇਖੀਏ ਤੇ ਉਹ ਸ਼ੁਰੂਆਤ ਜਿਹੜੀ ਹੈ ਉਹ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਟਾਈਮ ਤੋਂ ਗੁਰੂ ਨਾਨਕ ਦੇਵ ਜੀ ਦੇ ਨਾਲ ਸ਼ੁਰੂ ਹੁੰਦੀ ਹੈ। ਗੁਰੂ ਸਾਹਿਬ ਜਿਹੜੇ ਨੇ, ਗੁਰੂ ਨਾਨਕ ਦੇਵ ਜੀ, ਉਹਨਾਂ ਨੇ ਜਪਜੀ ਸਾਹਿਬ ਦੇ ਵਿੱਚ ਪਹਿਲੀ ਵਾਰ ਹੁਕਮ ਦਾ ਜ਼ਿਕਰ ਕੀਤਾ ਕਿ ਹੁਕਮ ਕੀ ਚੀਜ਼ ਹੈ। ਔਰ ਉਸ ਦੇ ਵਿੱਚ ਅਸੀਂ ਇਹ ਵਿਚਾਰ ਕੀਤਾ ਸੀਗਾ ਕਿ ਇੱਕ ਗੁਰੂ ਸਾਹਿਬ ਨੇ ਐਸਾ ਕੋਡ ਆਫ ਕੰਡਕਟ, ਇੱਕ ਐਸਾ ਡਿਸਪਲਿਨ ਦੀ ਗੱਲ ਕੀਤੀ ਹੈ ਜਿਸ ਦੇ ਵਿੱਚ ਕਿ ਉਸ ਪਰਮਾਤਮਾ ਦਾ ਬਣਾਇਆ ਹੋਇਆ ਸਾਰਾ ਯੂਨੀਵਰਸ ਜਿਹੜਾ ਹੈ ਉਹ ਚੱਲ ਰਿਹਾ ਹੈ। ਭਾਵੇਂ ਉਹ ਫਿਜ਼ੀਕਲ ਬੀਇੰਗਸ ਨੇ, ਭਾਵੇਂ ਉਹ ਲਿਵਿੰਗ ਬੀਇੰਗਸ ਨੇ, ਭਾਵੇਂ ਉਹ ਕੋਈ ਪਲੈਨਟਸ ਨੇ ਜਾਂ ਕੋਈ ਵੀ ਹੋਰ ਕਿਸੇ ਕਿਸਮ ਦਾ ਵੀ ਜੋ ਕੁਝ ਵੀ ਇਸ ਦੁਨੀਆ ਦੇ ਵਿੱਚ ਹੋ ਰਿਹਾ ਹੈ, ਉਹ ਇੱਕ ਹੁਕਮ ਦੇ ਅੰਦਰ ਚੱਲ ਰਿਹਾ ਹੈ, ਇੱਕ ਡਿਸਪਲਿਨ ਦੇ ਵਿੱਚ ਚੱਲ ਰਿਹਾ ਹੈ। ਔਰ ਫਿਰ ਇਹ ਜਿਹੜਾ ਹੁਕਮ ਹੈ, ਇੱਕ ਜਿਹੜਾ ਡਿਸਪਲਿਨ ਹੈ, ਇੱਕ ਜਿਹੜਾ ਕੋਡ ਆਫ ਕੰਡਕਟ ਹੈ, ਇਸ ਕੋਡ ਆਫ ਕੰਡਕਟ ਦਾ ਅਸੀਂ ਹਰ ਇੱਕ ਹੁਕਮ ਦੇ ਨਾਲ ਇਹ ਵੀ ਵਿਚਾਰ ਕੀਤਾ ਕਿ ਕਿਸ ਤਰ੍ਹਾਂ ਹੋਰ ਗੁਰੂ ਸਾਹਿਬ ਜਿਹੜੇ ਨੇ, ਜਾਂ ਜਿਹੜੇ ਭਗਤ ਜਾਂ ਭੱਟ ਨੇ, ਜਿਨ੍ਹਾਂ ਦੀ ਕਿ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਕਿਸ ਤਰ੍ਹਾਂ ਉਹਨਾਂ ਨੇ ਫਰਮ ਟਾਈਮ ਟੂ ਟਾਈਮ ਆਪਣੀ ਬਾਣੀ ਦੇ ਵਿੱਚ ਇਹਨਾਂ ਡਿਫਰੈਂਟ ਕੋਡਸ ਆਫ ਕੰਡਕਟਸ ਔਰ ਡਿਸਪਲਿਨਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ। ਔਰ ਇਹ ਇੱਕ ਕੰਟੀਨਿਊਸ ਅਸੀਂ ਇੱਕ ਪ੍ਰੋਸੈਸ ਦੇਖੀ ਹੈ ਕਿ ਵੀ ਜਿਸ ਪ੍ਰੋਸੈਸ ਦੇ ਵਿੱਚ ਅਲਟੀਮੇਟਲੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜੋ ਉਹਨਾਂ ਨੇ ਬਾਣੀ ਰਚੀ, ਜੋ ਭਗਤਾਂ ਦੀ, ਭੱਟਾਂ ਦੀ ਔਰ ਹੋਰ ਗੁਰਸਿੱਖਾਂ ਦੀ ਜੋ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਉਸ ਦੇ ਵਿੱਚ ਜੋ ਵੀ ਕੋਡ ਆਫ ਕੰਡਕਟ ਔਰ ਡਿਸਪਲਿਨਸ ਬਾਰੇ ਡਿਫਰੈਂਟ ਸਕ੍ਰਾਈਬਸ ਨੇ ਗੱਲ ਕੀਤੀ ਹੈ, ਕਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਨੂੰ ਇੱਕ ਅਮਲੀ ਜਾਮਾ ਦਿੱਤਾ ਹੈ।
ਉਸ ਨੂੰ ਇੱਕ ਫਿਜ਼ੀਕਲ ਸ਼ੇਪ ਦਿੱਤੀ, ਜਿਹੜੀ ਕਿ 52 ਹੁਕਮ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ, ਔਰ ਫਿਰ ਹੌਲੀ ਹੌਲੀ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਸ ਦਾ ਉਸਨੇ ਇੱਕ ਸ਼ੇਪ ਲਿੱਤੀ। ਸੋ ਉਸੇ ਚੀਜ਼ ਨੂੰ ਅੱਗੇ ਆਪਾਂ ਚਲਾਉਂਦੇ ਹੋਏ ਜਿਹੜਾ ਅੱਜ ਦਾ ਸਾਡਾ ਹੁਕਮ ਹੈ ਉਹ ਹੈ ਕਿ ਵੀ ਗੁਰਸਿੱਖਾਂ ਦੀ, ਰਹਿਤਵਾਨ ਸਿੱਖਾਂ ਦੀ ਸੰਗਤ ਕਰਨਾ। ਹੁਣ ਇਹ ਇੱਕ ਜਿਹੜਾ ਹੁਕਮ ਹੈ ਇਹ ਸਾਡੇ ਲਈ ਕਿਉਂ ਜ਼ਰੂਰੀ ਹੈ? ਕਈ ਚੀਜ਼ਾਂ ਜਿਹੜੀਆਂ ਨੇ ਦੇ ਸੀਮ ਵੈਰੀ ਇੰਟੂਇਟਿਵ, ਦੇ ਸੀਮ ਵੈਰੀ ਕਾਮਨ ਨੌਲੇਜ, ਕਾਮਨ ਸੈਂਸ, ਪਰ ਫਿਰ ਵੀ ਇਹ ਹੈ ਕਿ ਕਿਤੇ ਨਾ ਕਿਤੇ ਅਸੀਂ ਗਲਤੀ ਕਰਦੇ ਹਾਂ ਔਰ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਵੀ ਗੁਰੂ ਸਾਹਿਬ ਸਾਨੂੰ ਕਿਉਂ ਕਹਿ ਰਹੇ ਨੇ। ਅਕਸਰ ਅਸੀਂ ਘਰ ਦੇ ਵਿੱਚ, ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਪੇਰੈਂਟਸ ਕੋਲੋਂ ਵੀ ਸੁਣਦੇ ਹਾਂ, ਆਪਣੇ ਬੱਚਿਆਂ ਨੂੰ ਵੀ ਇਹ ਗਾਈਡੈਂਸ ਦਿੰਦੇ ਹਾਂ ਕਿ ਬੁਰੇ ਬੰਦੇ ਦੀ ਸੰਗਤ ਨਾ ਕਰੋ, ਕਿਉਂਕਿ ਉਸ ਦੇ ਕੋਲੋਂ ਇਨਸਾਨ ਬੁਰੀਆਂ ਆਦਤਾਂ ਸਿੱਖਦਾ ਹੈ। ਔਰ ਅਗਰ ਕੱਲ ਨੂੰ ਕੋਈ ਬੰਦਾ ਜਿਹੜਾ ਹੈ ਗਲਤ ਕੰਮ ਕਰ ਰਿਹਾ ਹੈ, ਕਿਸੇ ਗਲਤ ਕੰਮ ਦੇ ਵਿੱਚ ਉਹ ਫਸਦਾ ਹੈ, ਤੇ ਫਿਰ ਉਸ ਦੇ ਨਾਲ ਜਿਹੜੇ ਉਸ ਦੇ ਸਾਥੀ ਨੇ ਉਹਨਾਂ ਦੇ ਉੱਤੇ ਵੀ ਉਂਗਲ ਚੁੱਕੀ ਜਾਂਦੀ ਹੈ, ਉਹਨਾਂ ਦੇ ਉੱਤੇ ਵੀ ਨਿਸ਼ਾਨਦੇਹੀ ਹੁੰਦੀ ਹੈ ਕਿ ਵੀ ਇਹ ਵੀ ਉਸ ਦੇ ਨਾਲ ਉਸ ਗਲਤ ਕੰਮ ਦੇ ਵਿੱਚ ਸ਼ਾਮਲ ਸਨ। ਸੋ ਇਸ ਕਰਕੇ ਅਸੀਂ ਹਮੇਸ਼ਾ ਇਹ ਗੱਲ ਸੁਣਦੇ ਹਾਂ ਕਿ ਵੀ ਬੀ ਕੇਅਰਫੁਲ ਆਫ ਦ ਕੰਪਨੀ ਯੂ ਕੀਪ। ਹੁਣ ਗੁਰੂ ਸਾਹਿਬ ਸਾਨੂੰ ਇਹ ਗੱਲ ਜਿਹੜੀ ਕਹਿ ਰਹੇ ਨੇ, ਇਸ ਦਾ ਸਾਨੂੰ ਬਹੁਤ ਸਾਰੇ ਪ੍ਰਮਾਣ ਜਿਹੜੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਿਲਦੇ ਨੇ ਕਿ ਜਿੱਥੇ ਸਾਨੂੰ ਬਾਰ-ਬਾਰ ਡਿਫਰੈਂਟ ਗੁਰੂ ਸਾਹਿਬਾਨ ਜਿਹੜੇ ਨੇ, ਭਗਤ ਸਾਹਿਬਾਨ ਜਿਹੜੇ ਨੇ, ਉਹ ਸਾਨੂੰ ਕੌਸ਼ਨ ਕਰ ਰਹੇ ਨੇ। ਔਰ ਕੌਸ਼ਨ ਕਿਸ ਤਰ੍ਹਾਂ? ਆਪਾਂ ਸ਼ੁਰੂ ਕਰਦੇ ਹਾਂ ਕਿ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੇ ਨੇ ਉਹ ਸਾਨੂੰ ਇਹ ਕਹਿੰਦੇ ਨੇ ਕਿ ਵੀ ਇਹ ਜਿਹੜੀ ਦੁਨੀਆ ਹੈ ਜਾਂ ਜਿਹੜਾ ਇੱਕ ਗਲਤ ਇਨਸਾਨ ਹੈ, ਗਲਤ ਇਨਸਾਨ ਵਾਸਤੇ ਬਾਣੀ ਦੇ ਵਿੱਚ ਅੱਖਰ ਯੂਜ਼ ਹੋਇਆ ਸਾਕਤ। ਔਰ ਗੁਰੂ ਸਾਹਿਬ ਜਿਹੜੇ ਨੇ ਉਹ ਇਹ ਕਹਿੰਦੇ ਨੇ ਵੀ ਸਾਕਤ ਦਾ ਜਿਹੜਾ ਸਾਥ ਹੈ ਉਸ ਤੋਂ ਪਿੱਛੇ ਹਟ ਜਾ। ਉਹ ਇੱਕ ਝੂਠੇ ਦੀ ਪ੍ਰੀਤ ਹੈ ਜਿਹੜੀ ਉਸ ਤੋਂ ਆਪਣੇ ਆਪ ਨੂੰ ਛੁਟਕਾਰਾ ਦੇ ਲੈ। ਕਿਉਂ? ਕਿਉਂਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਇੱਕ ਕਾਜਰ ਦੀ ਕੋਠਰੀ ਵਾਂਗ ਹੈ, ਇੱਕ ਬਲੈਕ ਸੂਟ ਦਾ ਜਿਹੜਾ ਕਮਰਾ ਹੈ ਉਸ ਕਿਸਮ ਦੇ ਉਹ ਕਮਰੇ ਵਾਂਗ ਹੈ। ਵੀ ਤੁਸੀਂ ਜਿੰਨਾ ਵੀ ਧਿਆਨ ਰੱਖ ਲਓ, ਜੇ ਤੁਸੀਂ ਇੱਕ ਕੋਲੇ ਦੇ ਜਾਂ ਇੱਕ ਬਲੈਕ ਸੂਟ ਜਿਹੜਾ ਹੈ ਜਾਂ ਸੁਆਹ ਹੈ ਉਸ ਦੇ ਕਿਸੇ ਕਮਰੇ ਦੇ ਵਿੱਚ ਜਾਂਦੇ ਹੋ ਤੇ ਤੁਸੀਂ ਉੱਥੋਂ ਉਹ ਸੁਆਹ ਜਿਹੜੀ ਹੈ ਆਪਣੇ ਕੱਪੜਿਆਂ ਨੂੰ ਆਪਣੇ ਉੱਤੇ ਲਗਾਏ ਬਗੈਰ ਉੱਥੋਂ ਬਾਹਰ ਨਹੀਂ ਨਿਕਲ ਸਕਦੇ। ਸੋ ਗੁਰੂ ਸਾਹਿਬ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਉੱਥੋਂ ਵਾਪਸ ਆ ਜਾ। ਉਲਟੀ ਰਹੇ ਮਨ ਉਲਟੀ ਰਹੇ, ਸਾਕਤ ਸਿਉ ਕਰ ਉਲਟੀ ਰਹੇ। ਔਰ ਅੱਗੇ ਗੁਰੂ ਸਾਹਿਬ ਕਹਿੰਦੇ ਨੇ ਜੋ ਕਾਜਰ ਪਰ ਮੰਦਰ ਰਾਖਿਓ, ਜੋ ਪੈਸੇ ਕਾਲੂ ਖੀਰੇ। ਤੂੰ ਉੱਥੋਂ ਆਪਣੇ ਉੱਤੇ ਕਾਲਕ ਲਗਾਏ ਬਗੈਰ ਵਾਪਸ ਨਹੀਂ ਆ ਸਕਦਾ। ਇਸੇ ਤਰ੍ਹਾਂ ਭਗਤ ਕਬੀਰ ਜੀ ਜਿਹੜੇ ਨੇ ਉਹ ਆਪਣੀ ਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਇਸ ਗੱਲ ਦਾ ਜ਼ਿਕਰ ਕਰਦੇ ਨੇ। ਕਬੀਰ ਜੀ ਕਹਿੰਦੇ ਨੇ ਕਬੀਰ ਸਾਕਤ ਸੰਗ ਨਾ ਕੀਜੀਏ, ਦੁਰੇ ਜਾਈਏ ਭਾਗ, ਬਾਸਣ ਕਾਰੋ ਪਰਸੀਆ ਤੋ ਕਛ ਲਾਗੇ ਦਾਗ। ਜਿੰਨਾ ਵੀ ਤੂੰ ਆਪਣੇ ਆਪ ਨੂੰ ਬਚਾ ਕੇ ਦੇਖ ਲਏਗਾ ਉਹ ਜਿਹੜਾ ਕਾਲਕ ਹੈ ਉਸ ਦਾ ਕੋਈ ਨਾ ਕੋਈ ਦਾਗ ਤੇਰੇ ਉੱਤੇ ਜ਼ਰੂਰ ਲੱਗੇਗਾ ਹੀ ਲੱਗੇਗਾ। ਅੱਗੇ ਗੁਰੂ ਸਾਹਿਬ ਕਹਿੰਦੇ ਨੇ ਕਬੀਰ ਮਾਰੀ ਮਾਰੋ ਕਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ, ਸਾਕਤ ਸੰਗ ਨਾ ਹੇਰ। ਅਗਰ ਕਿਸੇ ਕੇਲੇ ਦੇ ਪੇੜ ਦੇ ਕੋਲ ਕੋਈ ਇਸ ਕਿਸਮ ਦੀ ਕੋਈ ਬੇਰੀ ਜਾਂ ਕੋਈ ਹੋਰ ਇਸ ਕਿਸਮ ਦਾ ਕੋਈ ਝਾੜ ਲੱਗਾ ਹੋਵੇ ਜਿਹਦੇ ਵਿੱਚ ਕੰਢੇ ਹੋਣ, ਤੇ ਕਬੀਰ ਜੀ ਕਹਿੰਦੇ ਨੇ ਵੀ ਜਿਸ ਵੇਲੇ ਹਵਾ ਚੱਲਦੀ ਹੈ ਔਰ ਉਹ ਜਿਹੜੀ ਝਾੜ ਹੈ ਕੰਢਿਆਂ ਵਾਲੀ ਉਹ ਹਿਲਦੀ ਹੈ ਤੇ ਉਸ ਦੇ ਜਿਹੜੇ ਕੰਢੇ ਨੇ ਉਹ ਕੇਲਿਆਂ ਵਾਲਾ ਜਿਹੜਾ ਪੇੜ ਹੈ ਔਰ ਜਿਹੜੇ ਉਸ ਤੇ ਲੱਗੇ ਹੋਏ ਕੇਲੇ ਨੇ ਉਹਨਾਂ ਨੂੰ ਉਹ ਕੱਟ ਕੇ ਰੱਖ ਦਿੰਦੀ ਹੈ। ਇਹ ਉਹ ਇੱਕ ਐਗਜ਼ਾਮਪਲ ਦੇ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਜਿਹੜਾ ਸਾਕਤ ਹੈ ਉਸ ਦਾ ਜਿਹੜਾ ਸੰਗ ਹੈ ਉਹ ਜਿਹੜਾ ਕੋਈ ਚੰਗਾ ਬੰਦਾ ਵੀ ਉਸ ਦੇ ਨਾਲ ਲੱਗਾ ਹੋਇਆ ਹੈ ਉਸ ਨੂੰ ਚੀਰ ਕੇ ਰੱਖ ਦਿੰਦਾ ਹੈ, ਉਸ ਨੂੰ ਵੱਢ ਕੇ ਰੱਖ ਦਿੰਦਾ ਹੈ। ਔਰ ਅੱਗੇ ਉਹ ਕਹਿੰਦੇ ਨੇ ਕਿ ਸੰਗਤ ਕਰੀਏ ਸਾਧ ਕੀ, ਅੰਤ ਕਰੇ ਨਿਰਭਾ। ਉਸ ਅੱਛੇ ਬੰਦੇ ਦੀ ਸੰਗਤ ਕਰੋ ਜਿਹਦੀ ਸੰਗਤ ਕੀਤਿਆਂ
ਇਨਸਾਨ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਦੇ ਵਿੱਚ ਪਾਰ ਲੱਗ ਸਕਦਾ ਹੈ। ਐਸੇ ਵੀ ਕਿਸੇ ਵੀ ਬੰਦੇ ਦੀ ਸੰਗਤ ਨਾ ਕਰੋ ਜਿਸ ਬੰਦੇ ਦੀ ਸੰਗਤ ਕਰਕੇ, ਜਿਸ ਇਨਸਾਨ ਦੀ ਸੰਗਤ ਕਰਕੇ ਇਨਸਾਨ ਦੇ ਕਰੈਕਟਰ ਦੇ ਉੱਤੇ ਕੋਈ ਦਾਗ ਲੱਗੇ ਜਾਂ ਉਸ ਦੀ ਜ਼ਿੰਦਗੀ ਦੇ ਵਿੱਚ ਕੋਈ ਕਿਸੇ ਕਿਸਮ ਦੀ ਇੰਟਰਪਸ਼ਨ ਆਵੇ। ਔਰ ਜੋ ਇਨਸਾਨ ਦਾ ਇੱਕ ਜ਼ਿੰਦਗੀ ਦਾ ਮਕਸਦ ਹੈ ਕਿ ਵੀ ਇਨਸਾਨ ਨੇ ਉਸ ਪਰਮਾਤਮਾ ਦੇ ਨਾਲ ਇੱਕ ਹੋਣਾ ਹੈ, ਜੋਤ ਦੇ ਨਾਲ ਜੋਤ ਰਲਣੀ ਹੈ, ਉਹ ਜਿਹੜੀ ਉਸ ਦੀ ਪ੍ਰੋਗਰੈਸ ਹੈ, ਉਸ ਪ੍ਰੋਗਰੈਸ ਦੇ ਵਿੱਚ ਕੋਈ ਇੰਟਰਪਸ਼ਨ ਨਹੀਂ ਆਣੀ ਚਾਹੀਦੀ। ਇਸ ਬਾਰੇ ਗੁਰੂ ਸਾਹਿਬ ਭਗਤ ਬਾਰ-ਬਾਰ ਸਾਨੂੰ ਕੌਸ਼ਨ ਕਰ ਰਹੇ ਨੇ। ਹੁਣ ਇਸ ਦੇ ਵਿੱਚ ਗੱਲ ਇਹ ਆ ਜਾਂਦੀ ਹੈ ਕਿ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਰਹਿਤ ਵਾਲੇ ਜਿਹੜੇ ਸਿੱਖ ਨੇ ਉਹਨਾਂ ਦਾ ਅਸੀਂ ਸਾਥ ਕਰਨਾ ਹੈ, ਔਰ ਜਿਹੜਾ ਸਾਕਤ ਹੈ, ਜਿਹੜਾ ਰਹਿਤ ਨੂੰ ਤੋੜ ਰਿਹਾ ਹੈ, ਇੱਕ ਕੋਡ ਆਫ ਕੰਡਕਟ ਨੂੰ ਫੋਲੋ ਨਹੀਂ ਕਰ ਰਿਹਾ ਆਪਣੀ ਜ਼ਿੰਦਗੀ ਦੇ ਵਿੱਚ, ਉਸ ਦਾ ਅਵੋਇਡ ਕਰਨਾ। ਸੋ ਉਹ ਹੁਣ ਆਪਾਂ ਵਿਚਾਰ ਕਰਕੇ ਦੇਖੀਏ ਵੀ ਗੁਰੂ ਸਾਹਿਬ ਉਸ ਬਾਰੇ ਕੀ ਕਹਿੰਦੇ ਨੇ। ਡਿਫਰੈਂਟ ਗੁਰੂ ਸਾਹਿਬ ਇੰਕਲੂਡਿੰਗ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਿ ਵੀ ਕਿਹੜੇ ਐਸੇ ਸਿੱਖ ਨੇ ਜਿਹੜੇ ਰਹਿਤ ਵਾਲੇ ਨੇ ਔਰ ਕਿਹੜੇ ਐਸੇ ਸਿੱਖ ਨੇ ਜਿਹੜੇ ਕਿ ਰਹਿਤ ਨੂੰ ਬ੍ਰੇਕ ਕਰ ਰਹੇ ਨੇ। ਔਰ ਇਸ ਚੀਜ਼ ਦਾ ਅਸੀਂ ਪਹਿਲੇ ਵੀ ਕਈ ਵਾਰੀ ਵਿਚਾਰ ਕੀਤਾ ਹੈ ਕਿ ਗੁਰੂ ਸਾਹਿਬ ਨੇ ਆਪਣੇ ਰਹਿਤਨਾਮਿਆਂ ਦੇ ਵਿੱਚ ਡਿਫਰੈਂਟ ਟਾਈਪ ਦੇ ਜਿਹੜੇ ਸਿੱਖ ਨੇ ਉਹਨਾਂ ਨੂੰ ਡਿਸਕ੍ਰਾਈਬ ਕੀਤਾ ਹੈ, ਜਿਸ ਦੇ ਵਿੱਚ ਕਿ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਇੱਕ ਹੁੰਦੇ ਨੇ ਜਿਹੜੇ ਧੰਦੇ ਦੇ ਸਿੱਖ ਨੇ। ਧੰਦੇ ਦੇ ਸਿੱਖ ਉਹ ਨੇ ਜਿਹੜੇ ਕਿ ਕਿਸੇ ਵੀ ਧਰਮ ਨੂੰ ਜਾਂ ਕਿਸੇ ਵੀ ਸੰਸਥਾ ਨੂੰ ਜਾਂ ਧਾਰਮਿਕ ਆਰਗੇਨਾਈਜੇਸ਼ਨ ਨੂੰ ਜਾਂ ਕਿਸੇ ਗੁਰੂ ਘਰ ਨੂੰ ਇਸ ਲਈ ਜੁਆਇਨ ਕਰਦੇ ਨੇ ਤਾਂ ਕਿ ਉਸ ਦੇ ਵਿੱਚੋਂ ਕੋਈ ਨਾ ਕੋਈ ਫਾਈਨੈਂਸ਼ੀਅਲ ਗੇਨ ਹਾਸਲ ਕਰ ਸਕਣ, ਆਪਣਾ ਫਾਇਦਾ ਦੇਖਦੇ ਨੇ। ਦੂਸਰਾ ਉਹਨਾਂ ਨੇ ਕਿਹਾ ਦੇਖਾ ਦੇਖੀ ਕੇ ਸਿੱਖ, ਜਾਂ ਜਿਨ੍ਹਾਂ ਨੂੰ ਗੁਰੂ ਸਾਹਿਬ ਜਿਹੜੇ ਨੇ ਰਹਿਤਨਾਮਿਆਂ ਦੇ ਵਿੱਚ ਅੱਖਰ ਵਰਡ ਯੂਜ਼ ਹੁੰਦਾ ਹੈ ਭੇਖ ਦੇ ਸਿੱਖ। ਇਹ ਸਿੱਖ ਉਹ ਨੇ ਜਿਹੜੇ ਕਿ ਉੱਤੋਂ ਦੇਖਣ ਨੂੰ ਫੇਥਫੁਲ ਨਜ਼ਰ ਆਉਂਦੇ ਨੇ, ਉਹਨਾਂ ਦਾ ਪਹਿਰਾਵਾ, ਉਹਨਾਂ ਦਾ ਐਟੀਟਿਊਡ, ਉਹਨਾਂ ਦਾ ਬਿਹੇਵੀਅਰ ਜਿਹੜਾ ਹੈ that would be very nice, but it would be deceptive because ਉਹਨਾਂ ਦਾ ਇੱਕ ਅਲਟੀਰੀਅਰ ਮੋਟਿਵ ਹੈ, ਉਹਨਾਂ ਦਾ ਅਲਟੀਮੇਟ ਆਬਜੈਕਟਿਵ ਜਿਹੜਾ ਹੈ ਉਹ ਕੁਝ ਹੋਰ ਹੈ। ਤੀਸਰਾ ਉਹਨਾਂ ਨੇ ਜ਼ਿਕਰ ਕੀਤੀ ਹੈ ਹਿਰਸ ਦੇ ਸਿੱਖ। ਹਿਰਸ ਦੇ ਸਿੱਖ ਜਿਹੜੇ ਨੇ ਉਹਨਾਂ ਨੂੰ ਗੁਰੂ ਸਾਹਿਬ ਔਰ ਗੁਰੂ ਸਾਹਿਬ ਦੇ ਜਿਹੜੇ ਜੋ ਉਹਨਾਂ ਦੇ ਹੁਕਮ ਰਹਿਤਨਾਮਿਆਂ ਦੇ ਵਿੱਚ ਦਰਜ ਨੇ ਉਸ ਦੇ ਵਿੱਚ ਉਹਨਾਂ ਨੇ ਹਿਰਸ ਦੇ ਸਿੱਖ ਡਿਸਕ੍ਰਾਈਬ ਕੀਤਾ ਹੈ, ਉਸਨੂੰ ਡਿਫਾਈਨ ਕੀਤਾ ਹੈ ਕਿ ਵੀ ਉਹ ਇਨਸਾਨ ਜਿਹੜੇ ਕਿ ਕਿਸੇ ਪਰਸਨਲ ਗੇਨ ਵਾਸਤੇ, ਖਾਸ ਤੌਰ ਤੇ ਜਿਹੜਾ ਕਿ ਕੋਈ ਪੋਲੀਟੀਕਲ ਐਂਬੀਸ਼ਨ ਹੋਵੇ ਉਸ ਚੀਜ਼ ਕਰਕੇ, ਜਾਂ ਆਪਣਾ ਕੋਈ ਸੁਸਾਇਟੀ ਦੇ ਵਿੱਚ ਸੋਸ਼ਲ ਸਟੇਟਸ ਜਿਹੜਾ ਹੈ ਉਸ ਨੂੰ ਵਧਾਉਣ ਵਾਸਤੇ ਉਹ ਧਰਮ ਨੂੰ ਇਸਤੇਮਾਲ ਕਰਦੇ ਨੇ। ਗੁਰਦੁਆਰੇ ਆਉਂਦੇ ਨੇ, ਗੁਰਦੁਆਰੇ ਆ ਕੇ ਕੋਈ ਉਹ ਕੰਮ ਕਰਦੇ ਨੇ ਜਾਂ ਕੋਈ ਹੋਰ ਕੋਈ ਚੀਜ਼ ਦੇ ਵਿੱਚ ਇਨਵੋਲਵ ਹੁੰਦੇ ਨੇ। ਬੇਸਿਕਲੀ ਉਹ ਰਿਲੀਜਨ ਜਿਹੜਾ ਹੈ ਉਸ ਨੂੰ ਸੋਸ਼ਲ ਜਾਂ ਪੋਲੀਟੀਕਲ ਐਂਬੀਸ਼ਨਸ ਵਾਸਤੇ ਯੂਜ਼ ਕਰਦੇ ਨੇ। ਗੁਰੂ ਸਾਹਿਬ ਨੇ ਐਸੇ ਸਿੱਖਾਂ ਨੂੰ ਹਿਰਸ ਵਾਲੇ ਸਿੱਖ ਕਿਹਾ ਹੈ, ਔਰ ਇਸ ਹੁਕਮ ਦੇ ਮੁਤਾਬਿਕ ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਇਹੋ ਜਿਹੇ ਜਿਹੜੇ ਸਿੱਖ ਨੇ ਉਹਨਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਹੈ। ਹੁਣ ਅੱਗੇ ਗੱਲ ਆ ਜਾਂਦੀ ਹੈ ਕਿ ਕਿਹੜੇ ਸਿੱਖ ਐਸੇ ਨੇ ਵੀ ਜਿਨ੍ਹਾਂ ਦੇ ਨਾਲ ਅਸੀਂ ਆਪਣੇ ਆਪ ਨੂੰ ਜੋੜਨਾ ਹੈ। ਗੁਰੂ ਸਾਹਿਬ ਨੇ ਕਿਹਾ ਵੀ ਸਿੱਧਕੀ ਵਾਲੇ ਸਿੱਖ, ਔਰ ਇਹ ਸਿੱਧਕੀ ਵਰਡ ਜਿਹੜਾ ਹੈ ਮਹਾਂਕੋਸ਼ ਦੇ ਵਿੱਚ ਇਸ ਦੇ 2-3 ਡੈਫੀਨੇਸ਼ਨਸ ਜਿਹੜੀਆਂ ਨੇ ਉਹ ਦਿੱਤੀਆਂ ਨੇ, ਜਿਨ੍ਹਾਂ ਵਿੱਚ ਕਿ ਫੇਥਫੁਲ, ਟਰੂਥਫੁਲ ਜਾਂ ਪਿਓਰ ਆਫ ਹਾਰਟ ਜਿਹੜੀ ਡੈਫੀਨੇਸ਼ਨ ਹੈ that comes across repeatedly। ਇਹ ਉਹ ਸਿੱਖ ਨੇ ਜਿਹੜੇ ਕਿ ਆਪਣਾ ਮੁਫਾਦ ਜਿਹੜਾ ਹੈ, ਆਪਣਾ ਜਿਹੜਾ ਉਹਨਾਂ ਦਾ ਬੈਨੀਫਿਟ ਹੈ, ਜਿਹੜਾ ਆਪਣਾ ਕੋਈ ਉਹਨਾਂ ਦਾ ਪਰਸਨਲ ਗੇਨ ਹੈ ਉਸ ਦੇ ਉੱਤੇ ਧਿਆਨ ਬਿਲਕੁਲ ਨਹੀਂ ਕਰਦੇ, ਔਰ ਉਹ ਹਮੇਸ਼ਾ ਗੁਰੂ ਔਰ ਗੁਰੂ ਦੇ ਜਿਹੜੇ ਸਿੱਖ ਨੇ ਉਹਨਾਂ ਦੇ ਪ੍ਰਤੀ ਨਿਸ਼ਠਾਬੰਧ ਰਹਿੰਦੇ ਨੇ, ਉਹਨਾਂ ਦੇ ਪ੍ਰਤੀ ਡਿਵੋਟਿਡ ਰਹਿੰਦੇ ਨੇ, ਭਾਵੇਂ ਉਹਨਾਂ ਦਾ ਕਿੰਨਾ ਵੀ ਨੁਕਸਾਨ ਕਿਉਂ ਨਾ ਹੋ ਜਾਵੇ, ਭਾਵੇਂ ਉਹਨਾਂ ਦੀ ਜਾਨ ਚਲੀ ਜਾਵੇ, ਪਰ ਜੋ ਗੁਰੂ ਦੇ ਪ੍ਰਤੀ ਜਾਂ ਗੁਰੂ ਦੇ ਸਿੱਖਾਂ ਦੇ ਪ੍ਰਤੀ ਜਾਂ ਸੁਸਾਇਟੀ ਦੇ ਪ੍ਰਤੀ ਉਹਨਾਂ ਦੀ ਜੋ ਡਿਵੋਸ਼ਨ ਹੈ ਉਸ ਡਿਵੋਸ਼ਨ ਦੇ ਵਿੱਚ ਕੋਈ ਕਮੀ ਨਹੀਂ ਆਉਂਦੀ। ਉਹ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕਿਸੇ ਦੀ ਹਾਂ 'ਚ ਹਾਂ ਮਿਲਾ ਕੇ ਭੱਜਦੇ ਨਹੀਂ ਹੈ। ਦੂਸਰੇ ਹਨ ਭਾਵ ਦੇ ਸਿੱਖ। ਭਾਵ ਦੇ ਸਿੱਖ ਉਹ ਨੇ
ਕਿ ਜਿਹੜੇ ਕਿ ਆਪਣੀ ਜ਼ਿੰਦਗੀ ਜਿਹੜੀ ਹੈ ਉਸ ਨੂੰ ਲਵ ਔਰ ਡਿਵੋਸ਼ਨ ਦੇ ਨਾਲ ਆਪਣੇ ਗੁਰੂ ਨੂੰ ਡੈਡੀਕੇਟ ਕਰ ਦਿੰਦੇ ਨੇ। ਉਹ ਸਾਰੀ ਜ਼ਿੰਦਗੀ ਜਿਹੜੀ ਹੈ ਉਸ ਦੇ ਵਿੱਚ ਇੱਕ ਰਿਫਲੈਕਸ਼ਨ ਦੇ ਵਿੱਚ ਉਹ ਰਹਿੰਦੇ ਨੇ ਕਿ ਵੀ ਸਾਡਾ ਗੁਰੂ ਦੇ ਨਾਲ, ਉਸ ਪਰਮਾਤਮਾ ਦੇ ਨਾਲ ਰਿਲੇਸ਼ਨ ਕੀ ਹੋਣਾ ਚਾਹੀਦਾ ਹੈ, ਔਰ ਉਹ ਹਮੇਸ਼ਾ ਆਪਣੇ ਐਕਸ਼ਨਸ ਦੇ ਉੱਤੇ ਰਿਫਲੈਕਟ ਕਰਦੇ ਨੇ। ਸੋ ਐਸੇ ਸਿੱਖ ਜਿਹੜੇ ਨੇ ਉਹਨਾਂ ਨੂੰ ਭਾਵ ਦੇ ਸਿੱਖ ਕਹਿੰਦੇ ਨੇ ਗੁਰੂ ਸਾਹਿਬ। ਔਰ ਗੁਰੂ ਸਾਹਿਬ ਕਹਿੰਦੇ ਨੇ ਵੀ ਇਹ ਜਿਹੜੀਆਂ ਦੋ ਕੈਟੇਗਰੀਆਂ ਨੇ ਸਿੱਖਾਂ ਦੀਆਂ, ਇਹ ਐਸੀਆਂ ਨੇ ਵੀ ਜਿਨ੍ਹਾਂ ਦੇ ਨਾਲ ਸਾਨੂੰ ਵੱਧ ਤੋਂ ਵੱਧ ਐਸੋਸੀਏਟ ਹੋਣਾ ਚਾਹੀਦਾ ਹੈ। ਹੁਣ ਆਪਾਂ ਪਹਿਲੇ ਵੀ ਜਿਸ ਤਰ੍ਹਾਂ ਜ਼ਿਕਰ ਕੀਤਾ ਹੈ ਕਿ ਵੀ ਰਹਿਤ ਦੇ ਵਿੱਚ ਰਹਿਣਾ ਜਾਂ ਇੱਕ ਮਰਿਆਦਾ ਜਿਹੜੀ ਹੈ ਉਸਨੂੰ ਮੇਨਟੇਨ ਕਰਕੇ ਰੱਖਣਾ, ਇਹ ਕੋਈ ਸਿਰਫ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਨਹੀਂ ਹੈ, ਇਹ ਉਸ ਤੋਂ ਪਹਿਲੇ ਦੀ ਗੱਲ ਜਿਹੜੀ ਹੈ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਇਸ ਗੱਲ ਦੀ ਜ਼ਿਕਰ ਆਉਂਦਾ ਹੈ। ਔਰ ਮੈਂ ਦੇਖ ਰਿਹਾ ਸੀ ਕਿ ਵੀ ਮਰਿਆਦਾ ਵਰਡ ਜਿਹੜੀ ਹੈ ਅਸਲ ਦੇ ਵਿੱਚ ਉਸ ਦਾ ਮਤਲਬ ਕੀ ਹੈ। ਅਸੀਂ ਉਸ ਨੂੰ ਯੂਜ਼ ਕਰਦੇ ਹਾਂ ਇੱਕ ਡਿਸਪਲਿਨ, ਇੱਕ ਕੋਡ ਆਫ ਕੰਡਕਟ ਦੇ ਤੌਰ ਤੇ, ਪਰ ਅਸਲ ਦੇ ਵਿੱਚ ਮਰਿਆਦਾ ਵਰਡ ਜਿਹੜਾ ਹੈ ਉਸ ਦਾ ਮਤਲਬ ਹੈ ਕਿ ਇੱਕ ਦਰਿਆ ਦੇ ਜਿਹੜੇ ਦੋ ਕਿਨਾਰੇ ਨੇ, ਔਰ ਜਦ ਤੱਕ ਦਰਿਆ ਜਿਹੜਾ ਹੈ, ਜਦ ਤੱਕ ਉਸ ਦਾ ਪਾਣੀ ਜਿਹੜਾ ਹੈ ਉਹ ਉਹਨਾਂ ਦੋ ਕਿਨਾਰਿਆਂ ਦੇ ਵਿੱਚ ਹੈ, ਰਾਈਟ ਇਨ ਦ ਮਿਡਲ ਆਫ ਦੋਸ ਟੂ ਬੈਂਕਸ, ਔਰ ਉਹਨਾਂ ਬੈਂਕਸ ਨੂੰ ਬ੍ਰੇਕ ਨਹੀਂ ਕਰਦਾ, ਕਿਨਾਰਿਆਂ ਤੋਂ ਬਾਹਰ ਨਹੀਂ ਜਾਂਦਾ, ਤਦ ਤੱਕ ਉਹ ਦਰਿਆ ਜਿਹੜਾ ਹੈ ਉਹ ਆਪਣੀ ਮਰਿਆਦਾ ਦੇ ਵਿੱਚ ਚੱਲ ਰਿਹਾ। ਸੋ ਮਰਿਆਦਾ ਵਰਡ ਜਿਹੜੀ ਉਹ ਉੱਥੋਂ ਆਈ ਹੈ। ਹੁਣ ਆਪਾਂ ਅੱਗੇ ਇਸੇ ਗੱਲ ਨੂੰ ਹੋਰ ਤੋਰੀਏ ਔਰ ਬਰੀਫਲੀ ਦੇਖਣ ਦੀ ਕੋਸ਼ਿਸ਼ ਕਰੀਏ ਕਿ ਜਿਹੜੇ ਗੁਰੂ ਸਾਹਿਬ ਸਿੱਖਾਂ ਦਾ ਸਾਨੂੰ ਸੰਗਤ ਕਰਨ ਵਾਸਤੇ ਕਹਿ ਰਹੇ ਨੇ, ਉਹਨਾਂ ਨੂੰ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਡਿਫਾਈਨ ਕੀਤਾ ਹੈ। ਐਂਡ ਦ ਸਰਪ੍ਰਾਈਜ਼ਿੰਗ ਥਿੰਗ ਇਜ਼ ਕਿ ਉਹ ਸਿੱਖਾਂ ਦੀ ਇੱਕ ਬਹੁਤ ਹੀ ਖੂਬਸੂਰਤ ਡੈਫੀਨੇਸ਼ਨ ਜੋ ਹੈ ਗੁਰੂ ਸਾਹਿਬ ਨੇ ਖੁਦ ਖਾਲਸਾ ਰਹਿਤਨਾਮਾ ਜਿਹੜਾ ਹੈ ਉਸ ਦੇ ਵਿੱਚ ਗੁਰੂ ਸਾਹਿਬ ਨੇ ਦਿੱਤੀ ਹੈ ਕਿ ਵੀ ਇਹਨਾਂ ਲੋਕਾਂ ਦੀ ਸੰਗਤ ਕਰਨੀ ਹੈ ਔਰ ਇਹਨਾਂ ਲੋਕਾਂ ਦੀ ਸੰਗਤ ਨਹੀਂ ਕਰਨੀ। ਔਰ ਇਹ ਖਾਲਸਾ ਰਹਿਤਨਾਮਾ ਸ਼੍ਰੀ ਮੁਖਵਾਕ ਪਾਤਸ਼ਾਹੀ 10ਵੀਂ ਦੇ ਵਿੱਚ ਇਹ ਦਰਜ ਹੈ, ਜਿਸ ਦੇ ਵਿੱਚ ਕਿ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਪ੍ਰਥਮ ਰਹਿਤ ਯਹ ਜਾਨ ਖੰਡੇ ਕੀ ਪਹੁਲ ਛਕੇ। ਉਹ ਸਿੰਘ ਇਹ ਕਾਫੀ ਲੰਬਾ ਹੈ, ਉਸ ਦੇ ਵਿੱਚੋਂ ਮੈਂ ਜਿਹੜੇ ਕੁਝ ਚੁਣਿੰਦੇ ਜਿਹੜੇ ਉਸ ਦੇ ਵਿੱਚੋਂ ਰੈਲੇਵੈਂਟ ਸ਼ਬਦ ਨੇ ਉਹ ਸੰਗਤ ਵਾਸਤੇ ਕੱਢੇ ਨੇ ਤਾਂ ਕਿ ਆਪਾਂ ਉੱਥੋਂ ਇੱਕ ਗੁਰੂ ਸਾਹਿਬ ਦਾ ਜਿਹੜਾ ਮੈਸੇਜ ਹੈ ਉਸਨੂੰ ਸਮਝ ਸਕੀਏ। ਅਦਰਵਾਈਜ਼ ਜਿਹੜਾ ਰਹਿਤਨਾਮਾ ਹੈ ਬਹੁਤ ਲੰਬਾ ਰਹਿਤਨਾਮਾ ਹੈ। ਸੋ ਉਸ ਦੇ ਵਿੱਚ ਗੁਰੂ ਸਾਹਿਬ ਰਾਈਟ ਇਨ ਦ ਬਿਗਿਨਿੰਗ ਇਹ ਕਹਿੰਦੇ ਨੇ ਕਿ ਜਿਹੜੇ ਸਿੱਖ ਰਹਿਤ ਦੇ ਵਿੱਚ ਰਹਿੰਦੇ ਨੇ, ਔਰ ਰਹਿਤ ਦੇ ਵਿੱਚ ਸਿੱਖ ਉਹ ਕਿਹੜੇ ਨੇ ਜਿਨ੍ਹਾਂ ਦੀ ਅਸੀਂ ਸੰਗਤ ਕਰਨੀ। ਗੁਰੂ ਸਾਹਿਬ ਕਹਿੰਦੇ ਨੇ ਜਿਹੜੇ ਕਿ ਖੰਡੇ ਦੀ ਪੌਲ ਲੈਂਦੇ ਨੇ, ਹੋਰ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਹੈ ਗੁਰੂ ਨੂੰ ਅਪਣਾਉਣ ਵਾਸਤੇ ਜਾਂ ਕੋਈ ਬ੍ਰਦਰਹੁੱਡ ਕ੍ਰੀਏਟ ਕਰਨ ਵਾਸਤੇ ਉਸ ਨੂੰ ਉਹ ਐਕਸੈਪਟ ਨਹੀਂ ਕਰਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਪਹਿਲੇ ਜਿਸ ਵੇਲੇ ਉਹਨਾਂ ਨੇ 1699 ਦੇ ਵਿੱਚ ਖਾਲਸੇ ਦੀ ਸਿਰਜਣਾ ਕੀਤੀ ਤੇ ਉਸ ਤੋਂ ਪਹਿਲੇ ਚਰਨ ਪੌਲ ਜਿਹੜੀ ਸੀ ਉਹ ਬਹੁਤ ਕਾਮਨ ਸੀਗੀ, ਪਰ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਨਹੀਂ, ਚਰਨ ਪੌਲ ਨਹੀਂ, ਬ੍ਰਦਰਹੁੱਡ ਜਿਹੜੀ ਹੈ ਉਹ ਖੰਡੇ ਦੇ ਉੱਤੇ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹੈ। ਸੋ ਗੁਰੂ ਸਾਹਿਬ ਕਹਿ ਰਹੇ ਨੇ ਕਿ ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੇ। ਔਰ ਫਿਰ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਉਸ ਸਿੱਖ ਤੋਂ ਆਪਣੇ ਆਪ ਜਾਂ ਉਸ ਇਨਸਾਨ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਜਿਹੜਾ ਕਿ ਕੁੜੀ ਮਾਰ ਹੋਵੇ, ਜਿਹੜਾ ਕਿ ਆਪਣੀ ਧੀ ਭੈਣ ਜਿਹੜੀ ਹੈ ਉਸ ਦੇ ਵਿੱਚ ਉਸ ਨੂੰ ਮਾਰਦਾ ਹੋਵੇ, ਫੀਮੇਲ ਇਨਫੈਂਟਿਸਾਈਡ ਜਿਹੜੀ ਹੈ, ਕਿਉਂਕਿ ਇਹ ਚੀਜ਼ ਉਸ ਵੇਲੇ ਬਹੁਤ ਕਾਮਨ ਸੀਗੀ। ਮੇਲ ਜਿਹੜੇ ਇਸ਼ੂਜ਼ ਹੁੰਦੇ ਸੀਗੇ ਉਹਨਾਂ ਨੂੰ ਰੱਖਿਆ ਜਾਂਦਾ ਸੀ, ਔਰ ਫੀਮੇਲ ਜਿਹੜੇ ਹੁੰਦੇ ਸੀਗੇ ਬੱਚੇ ਉਹਨਾਂ ਨੂੰ ਐਟ ਦ ਟਾਈਮ ਆਫ ਬਰਥ ਮਾਰਤਾ ਜਾਂਦਾ ਸੀ। ਹੁਣ ਵੀ ਫੀਮੇਲ ਇਨਫੈਂਟਿਸਾਈਡ ਹੈ। ਸੋ ਇਹ ਚੀਜ਼ ਜਿਹੜੀ ਫੀਮੇਲ ਇਨਫੈਂਟਿਸਾਈਡ ਨੂੰ ਲੈ ਕੇ ਆਏ, ਇਸ ਬਾਰੇ ਗੁਰੂ ਸਾਹਿਬ ਉਸ ਦੇ ਵਿੱਚ ਬੜਾ ਕਲੀਅਰਲੀ ਜ਼ਿਕਰ ਕਰਦੇ ਨੇ। ਔਰ ਫਿਰ ਉਹ ਅੱਗੇ ਕਹਿੰਦੇ ਨੇ ਬਾਣੀ ਮੇ ਨਹਿ ਨਿਤ ਕਾਰਨੋ ਚੁਗਲੀ ਨਿੰਦਾ ਆਰ ਪਰਾਰਨੋ। ਜਿਹੜਾ ਬੰਦਾ ਕੋਈ ਕਿਸੇ ਵੀ ਕਿਸਮ ਦੀ ਚੁਗਲੀ ਨਿੰਦਾ ਕਰਦਾ ਹੋਵੇ ਉਸ ਬੰਦੇ ਤੋਂ ਦੂਰ ਰਹਿਣਾ ਹੈ। ਵਾਹਿਗੁਰੂ ਨਿਤ ਬਚਨ ਉਚਾਰੇ, ਹਰ ਵੇਲੇ ਉਹ ਪ੍ਰਮਾਤਮਾ ਨੂੰ ਯਾਦ ਰੱਖੇ, ਵਾਹਿਗੁਰੂ ਦਾ ਨਾਮ ਜਿਹੜਾ ਹੈ ਉਹ ਬੋਲੇ। ਵਾਹਿਗੁਰੂ ਕੋ ਹਿਰਦੇ ਧਾਰੇ, ਆਗੇ ਆਵਤ ਸਿੰਘ ਜੋ ਪਾਵੇ, ਵਾਹਿਗੁਰੂ ਕੀ ਫਤਿਹ ਬੁਲਾਵੇ। ਔਰ ਜਿਸ ਵੇਲੇ ਕੋਈ ਸਿੰਘ ਉਸ ਨੂੰ ਮਿਲਦਾ ਹੈ ਤੇ ਉਹ ਉਸ ਦੀ ਵੇਟ ਕੀਤੇ ਬਗੈਰ ਆਪ ਅੱਗੇ ਹੋ ਕੇ ਉਸ ਨੂੰ ਫਤਿਹ ਬੁਲਾਉਂਦਾ ਹੈ। ਐਸੇ ਗੁਰਸਿੱਖਾਂ ਦੀ ਸੰਗਤ ਕਰਨੀ ਚਾਹੀਦੀ ਹੈ।
ਇਹ ਗੁਰੂ ਸਾਹਿਬ ਸਾਨੂੰ ਹੁਕਮ ਕਰ ਰਹੇ ਨੇ। ਫਿਰ ਅੱਗੇ ਉਹ ਕਹਿੰਦੇ ਨੇ, ਪ੍ਰਾਤੇ ਉਠ ਇਸ਼ਨਾਨੇ ਕਰੇ, ਪੁੰਨ ਮੁਖ ਤੇ ਜਪ ਜਾਪ ਉਚਰੇ। ਸਵੇਰੇ ਉੱਠ ਕੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਉਹ ਬਾਣੀ ਦਾ ਜਿਹੜਾ ਜਾਪ ਹੈ ਉਹ ਕਰੇ, ਸਿਮਰਨ ਕਰੇ ਔਰ ਬਾਣੀ ਦਾ ਜਾਪ ਕਰੇ। ਯਥਾ ਸ਼ਕਤ ਕਿਛ ਦੇਵੇ ਦਾਨ, ਜੋ ਕਿਸੇ ਦੀ ਕਪੈਸਿਟੀ ਹੈ ਉਸ ਮੁਤਾਬਿਕ। ਦਸਵੰਧ ਦਾ ਸਾਨੂੰ ਹੁਕਮ ਹੈ, ਪਰ ਫਿਰ ਵੀ ਗੁਰੂ ਸਾਹਿਬ ਇਸ ਹੁਕਮ ਦੇ ਨਾਮੇ ਦੇ ਵਿੱਚ ਇਹ ਗੱਲ ਕਹਿ ਰਹੇ ਨੇ ਕਿ ਜੋ ਕਿਸੇ ਦੀ ਕਪੈਸਿਟੀ ਹੈ, ਯਥਾ ਸ਼ਕਤ ਕਿਛ ਦੇਵੇ ਦਾਨ, ਆਪਣੀ ਕਪੈਸਿਟੀ ਮੁਤਾਬਿਕ ਕੁਛ ਨਾ ਕੁਛ ਲੋੜਵੰਦ ਨੂੰ ਦਾਨ ਜ਼ਰੂਰ ਦੇਵੇ। ਸੋਈ ਸਿੰਘ ਹੈ ਪਰਮ ਸੁਜਾਨ। ਸੋ ਇਹ ਜਿਹੜੇ ਸਿੰਘ ਨੇ ਇਹਨਾਂ ਦੀ ਅਸੀਂ ਸੰਗਤ ਕਰਨੀ ਹੈ। ਨਾਮ ਦਾਨ ਪ੍ਰਾਤੇ ਇਸਨਾਨਾ, ਜਿਨ ਗੁਰ ਕਿਰਪਾ ਤਿਨੇ ਇਹ ਜਾਨਾ। 10 ਲੱਖ ਜੋ ਕਾਰ ਕਮਾਵੇ, ਉਹ ਇਨਸਾਨ ਦੀ ਸੰਗਤ ਕਰਨੀ ਹੈ ਜਿਹੜਾ ਕਿ ਕਿਰਤ ਦੀ ਕਮਾਈ ਕਰ ਰਿਹਾ। ਅਸੀਂ ਗੁਰੂ ਸਾਹਿਬ ਦਾ ਜਿਹੜਾ ਹੁਕਮ ਹੈ ਕੁਝ ਹਫ਼ਤੇ ਪਹਿਲੇ ਸ਼ੁਰੂ ਦੇ ਵਿੱਚ, ਮੇਰੇ ਖਿਆਲ ਸੈਕੰਡ ਜਾਂ ਥਰਡ ਹੁਕਮ ਹੈ, ਉਸ ਦਾ ਅਸੀਂ ਵਿਚਾਰ ਕੀਤਾ ਸੀ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਕਿਰਤ ਦੀ ਕਮਾਈ ਕਰਨੀ। ਸੋ ਇੱਥੇ ਗੁਰੂ ਸਾਹਿਬ ਉਸ ਨੂੰ ਕਲੈਰੀਫਾਈ ਕਰ ਰਹੇ ਨੇ ਕਿ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ 10 ਨੌਵਾਂ ਦੀ ਕਿਰਤ ਜਿਹੜਾ ਬੰਦਾ ਕਮਾਵੇ, ਉਸ ਬੰਦੇ ਦੀ ਸੰਗਤ ਕਰਨੀ ਹੈ। ਤੈਤੇ ਗੁਰ ਦਸਵੰਤ ਜੋ ਦੇ। ਔਰ ਇਸੇ ਤਰ੍ਹਾਂ ਗੁਰੂ ਸਾਹਿਬ ਅੱਗੇ ਫਿਰ ਗੱਲ ਕਰਦੇ ਨੇ ਕਿ ਪਰ ਬੇਟੀ ਕੋ ਬੇਟੀ ਜਾਣੇ, ਪਰ ਇਸਤਰੀ ਕੋ ਮਾਤ ਬਖਾਣੇ। ਇਸਤਰੀ ਦਾ, ਬੇਟੀ ਦਾ, ਹਰ ਇੱਕ ਨੂੰ ਆਪਣੀ ਸਪਾਊਸ ਤੋਂ ਇਲਾਵਾ ਉਸ ਦਾ ਰਿਸਪੈਕਟ ਕਰਨਾ, ਉਸ ਨੂੰ ਇੱਕ ਭੈਣ ਜਾਂ ਧੀ ਸਮਝ ਕੇ ਉਸ ਦੇ ਨਾਲ ਆਪਣਾ ਵਿਵਹਾਰ ਰੱਖਣਾ। ਐਸੇ ਸਿੰਘ ਦੀ ਗੁਰੂ ਸਾਹਿਬ ਕਹਿੰਦੇ ਨੇ ਕਿ ਅਸੀਂ ਸੰਗਤ ਕਰਨੀ ਹੈ। ਔਰ ਫਿਰ ਉਹ ਅੱਗੇ 5 ਕਕਾਰਾਂ ਦਾ ਜ਼ਿਕਰ ਕਰਦੇ ਨੇ। ਕੱਛ ਕਿਰਪਾਨ ਨਾ ਕਬਹੂ ਤਿਆਗੇ, ਆਪਣੇ ਜਿਹੜੇ ਕਕਾਰ ਨੇ ਉਹਨਾਂ ਨੂੰ ਕਦੀ ਨਾ ਤਿਆਗੇ। ਸਨਮੁਖ ਲੜੇ ਨਾ ਰਨ ਤੇ ਪਾਕੇ। ਔਰ ਉਹ ਸਿੱਖ ਜੋ ਜਿੰਨੀ ਵੀ ਮਰਜ਼ੀ ਉਸ ਦੇ ਉੱਤੇ ਕੋਈ ਮੁਸ਼ਕਲ ਸਿਚੁਏਸ਼ਨ ਕਿਉਂ ਨਾ ਆ ਜਾਵੇ, ਉਹ ਜਿਹੜਾ ਮੈਦਾਨੇ ਜੰਗ ਹੈ, ਭਾਵੇਂ ਉਹ ਇੱਕ ਫਿਜ਼ੀਕਲ ਹੈ ਜਾਂ ਸਪਿਰਿਚੁਅਲ ਹੈ, ਉਥੋਂ ਭੱਜੇ ਨਾ। ਦੇ ਅਰਦਾਸ ਨਿਵਾਵੇ ਸੀਸ, ਮਨ ਮੈਂ ਧਿਆਏ ਗੁਰ ਜਗਦੀਸ਼। ਹਰ ਵੇਲੇ ਉਸ ਪ੍ਰਮਾਤਮਾ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਰੱਖੇ ਔਰ ਅਰਦਾਸ ਕਰਕੇ ਆਪਣਾ ਕੰਮ ਆਰੰਭ ਕਰੇ ਔਰ ਉਸ ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰਾਨਾ ਕਰੇ। ਇਸੇ ਤਰ੍ਹਾਂ ਅੱਗੇ ਹੋਰ ਕਈ ਗੁਰੂ ਸਾਹਿਬ ਨੇ ਇਸ ਦੇ ਵਿੱਚ ਜ਼ਿਕਰ ਕੀਤੇ ਨੇ, ਜਿਹੜੇ ਆਪਾਂ ਫਰਮ ਟਾਈਮ ਟੂ ਟਾਈਮ ਪਹਿਲੇ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਵੀ ਕੀ ਕੁਆਲਿਟੀਜ਼ ਉਸ ਸਿੰਘ ਦੀਆਂ ਹੋਣੀਆਂ ਚਾਹੀਦੀਆਂ ਨੇ, ਜਿਨ੍ਹਾਂ ਸਿੰਘਾਂ ਦੇ ਨਾਲ ਅਸੀਂ ਆਪਣਾ ਇੱਕ ਰਿਸ਼ਤਾ ਬਣਾਉਣਾ ਹੈ ਜਾਂ ਜਿਨ੍ਹਾਂ ਦੀ ਕੰਪਨੀ ਜਿਹੜੀ ਹੈ ਉਸ ਦੇ ਵਿੱਚ ਆਪਾਂ ਰਹਿਣਾ ਹੈ, ਤਾਂ ਕਿ ਆਪਾਂ ਉਹਨਾਂ ਦੇ ਕੋਲੋਂ ਕੁਝ ਸਿੱਖ ਸਕੀਏ ਔਰ ਜਿਨ੍ਹਾਂ ਦੀ ਸੰਗਤ ਕਰਕੇ ਸਾਡਾ ਜੀਵਨ ਬਿਹਤਰ ਹੋ ਸਕੇ। ਔਰ ਕਿਹੜੇ ਐਸੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਅਵੋਇਡ ਕਰਨਾ ਹੈ। ਇਸ ਦੇ ਵਿੱਚ ਹੁਣ ਇੱਕ ਗੱਲ ਆ ਜਾਂਦੀ ਹੈ ਜਿਹੜੀ I noticed a pattern here. The pattern was ਕਿ ਗੁਰੂ ਸਾਹਿਬ ਜਿਹੜੇ ਨੇ ਉਹ ਇੱਕ ਫਿਜ਼ੀਕਲ ਚੀਜ਼ ਦੀ ਗੱਲ ਕਰ ਰਹੇ ਨੇ ਕਿ ਕਿਸ ਤਰ੍ਹਾਂ ਇੱਕ ਬੰਦਾ ਆਪਣਾ ਜੀਵਨ ਬਤੀਤ ਕਰ ਰਿਹਾ, ਕੀ ਉਹਦੀ ਅਪੀਅਰੈਂਸ ਹੈ, ਕੀ ਉਸ ਦਾ ਬਿਹੇਵੀਅਰ ਹੈ, ਕੀ ਚੀਜ਼ਾਂ ਉਹ ਆਪਣੇ ਲਾਈਫ ਦੇ ਵਿੱਚ ਕਰ ਰਿਹਾ ਜਿਸ ਦੇ ਨਾਲ ਕਿ ਅਸੀਂ ਉਸ ਨੂੰ ਇਹ ਕਹਿ ਸਕਦੇ ਹਾਂ ਕਿ ਵੀ ਇਹ ਇੱਕ ਰਹਿਤ ਵਾਲਾ ਸਿੱਖ ਹੈ, ਇੱਕ ਮਰਿਆਦਾ ਦੇ ਵਿੱਚ, ਇੱਕ ਡਿਸਪਲਿਨ ਦੇ ਵਿੱਚ ਆਪਣੀ ਲਾਈਫ ਬਤੀਤ ਕਰ ਰਿਹਾ ਹੈ। ਪਰ ਨਾਲ ਹੀ ਅਸੀਂ ਇਹ ਦੇਖ ਰਹੇ ਹਾਂ ਕਿ ਇੱਕ ਗੁਰੂ ਸਾਹਿਬ ਸਪਿਰਿਚੁਅਲ ਡਿਸਪਲਿਨ ਦੀ ਵੀ ਗੱਲ ਕਰ ਰਹੇ ਨੇ। ਸੋ ਇਸ ਨੂੰ ਇਸ ਤਰ੍ਹਾਂ ਵੀ ਆਪਾਂ ਦੇਖ ਸਕਦੇ ਹਾਂ ਕਿ ਜੋ ਹੁਣ ਤੱਕ ਆਪਾਂ ਗੱਲਾਂ ਕੀਤੀਆਂ ਨੇ ਵੀ ਉਸ ਦੇ ਵਿੱਚ ਇੱਕ ਡੇਲੀ ਕੋਡ ਆਫ ਕੰਡਕਟ ਹੈ ਕਿ ਜੋ ਗੁਰਸਿੱਖ, ਜੋ ਸਿੱਖ ਉਸ ਡੇਲੀ ਕੋਡ ਆਫ ਕੰਡਕਟ ਨੂੰ ਮੇਨਟੇਨ ਕਰ ਰਿਹਾ ਹੈ, ਉਹ ਇੱਕ ਰਹਿਤ ਵਾਲਾ ਹੈ। ਭਾਵੇਂ ਉਹ ਆਪਣੀ ਇੰਡੀਵਿਜੂਅਲ ਲਾਈਫ 'ਚ ਕਰ ਰਿਹਾ ਹੈ, ਭਾਵੇਂ ਉਹ ਆਪਣੀ ਪੰਥਿਕ ਲਾਈਫ 'ਚ ਕਰ ਰਿਹਾ ਹੈ। ਬਿਕੋਜ਼ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਿੱਖ ਜਿਹੜਾ ਹੈ ਉਹ ਸਿਰਫ ਇੱਕ ਇੰਡੀਵਿਜੂਅਲ ਦੇ ਲੈਵਲ ਤੇ ਨਹੀਂ ਜੀ ਰਿਹਾ। ਗੁਰੂ ਸਾਹਿਬ ਨੇ ਬਾਰ-ਬਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਇੱਕ ਸਿੱਖ ਜਿਹੜਾ ਹੈ ਉਹ ਆਪਣੀ ਇੰਡੀਵਿਜੂਅਲ ਲਾਈਫ ਨੂੰ ਬੈਟਰ ਬਣਾਉਣ ਵਾਸਤੇ ਕੁਝ ਪ੍ਰਿੰਸੀਪਲਸ ਨੂੰ ਫੋਲੋ ਕਰਦਾ ਹੈ ਜਿਹੜੀ ਕਿ ਉਸ ਦੀ ਡੇਲੀ ਲਾਈਫ ਨੂੰ ਬੈਟਰ ਬਣਾਉਂਦੇ ਨੇ। ਪਰ ਉਸ ਦਾ ਇੱਕ ਪੰਥਿਕ ਕੋਡ ਆਫ ਕੰਡਕਟ ਵੀ ਹੈ ਕਿ ਉਸ ਦੀ ਪੰਥ ਦੇ ਪ੍ਰਤੀ, ਹੋਰ ਸਿੱਖਾਂ ਦੇ ਪ੍ਰਤੀ, ਆਪਣੀ ਕਮਿਊਨਿਟੀ ਦੇ ਪ੍ਰਤੀ ਉਸ ਸਿੱਖ ਦੀ ਕੀ ਰਿਸਪੌਂਸਿਬਿਲਿਟੀਜ਼ ਨੇ। ਐਂਡ ਦੈਨ ਦੇयर इज ਅਨਦਰ ਐਸਪੈਕਟ ਟੂ ਇਟ ਕਿ ਵੀ ਉਸ ਦਾ ਇੱਕ ਸਪਿਰਿਚੁਅਲ ਰਿਕੁਆਇਰਮੈਂਟ ਕੀ ਹੈ।
ਕੀ ਸਪਿਰਿਚੁਅਲ ਪ੍ਰਿੰਸੀਪਲਸ ਨੇ ਜਿਸ ਨੂੰ ਉਸਨੇ ਫੋਲੋ ਕਰਨਾ ਹੈ। ਸੋ ਐਟ ਦੀ ਇੰਡੀਵਿਜੂਅਲ ਲੈਵਲ ਅਗਰ ਅਸੀਂ ਦੇਖ ਸਕੀਏ, ਆਪਾਂ ਪਹਿਲੇ ਵੀ ਇਸ ਬਾਰੇ ਵਿਚਾਰ ਕੀਤੀ ਹੈ ਹੁਣੇ, ਪਰ ਇਹ ਵੀ ਉਸ ਨੂੰ ਅਗਰ ਆਪਾਂ ਥੋੜਾ ਜਿਹਾ ਫਾਰਮਲੀ ਦੇਖਣ ਦੀ ਕੋਸ਼ਿਸ਼ ਕਰੀਏ ਤੇ ਐਟ ਦੀ ਇੰਡੀਵਿਜੂਅਲ ਲੈਵਲ ਜ਼ਿਕਰ ਇਹ ਆਉਂਦਾ ਹੈ ਕਿ ਵੀ ਰਹਿਤ ਵਾਲੇ ਸਿੱਖ ਜਿਹੜੇ ਨੇ ਜਿਨ੍ਹਾਂ ਦੀ ਅਸੀਂ ਸੰਗਤ ਕਰਨੀ ਹੈ, ਉਹ ਸਿੱਖ ਜਿਹੜੇ ਨੇ ਆਪਣੀ ਡੇਲੀ ਲਾਈਫ ਦੇ ਵਿੱਚ ਉਹ ਨਾਮ ਅਭਿਆਸ ਕਰਦੇ ਨੇ। ਨਾਮ ਅਭਿਆਸ ਸਿਮਰਨ ਵੀ ਹੈ ਔਰ ਗੁਰਬਾਣੀ ਦਾ ਵਿਚਾਰ ਵੀ ਹੈ, ਗੁਰਬਾਣੀ ਦਾ ਜਾਪ ਵੀ ਹੈ। ਔਰ ਉਸ ਦੇ ਵਿੱਚ ਜਿਹੜੀ ਫਿਜ਼ੀਕਲ ਮੈਨੀਫੈਸਟੇਸ਼ਨਸ ਨੇ ਜੋ ਇੱਕ ਰਹਿਤ ਵਾਲਾ ਸਿੱਖ ਜਿਹੜਾ ਕਰਨ ਦੀ ਕੋਸ਼ਿਸ਼ ਆਪਣੀ ਕਰਦਾ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕੇ। ਅਸੀਂ ਸਭ ਕੋਸ਼ਿਸ਼ ਕਰਦੇ ਹਾਂ, ਕੋਈ ਜ਼ਰੂਰੀ ਨਹੀਂ ਹੈ ਕਿ ਵੀ ਉਹ ਹਰ ਵੇਲੇ ਹਰ ਇਨਸਾਨ ਜਿਹੜਾ ਹੈ ਉਹ 100% ਉਸ ਚੀਜ਼ ਦੇ ਵਿੱਚ ਸਕਸੈਸਫੁਲ ਹੋਵੇ, ਪਰ ਇਹ ਹੈ ਕਿ ਵੀ ਇਨਸਾਨ ਨੂੰ ਇੱਕ ਜਰਨੀ ਹੈ ਉਸਦੀ ਲਾਈਫ, ਉਸਨੂੰ ਆਪਣੀ ਇਸ ਲਾਈਫ ਦੇ ਵਿੱਚ ਉਹ ਜਰਨੀ ਦੇ ਵਿੱਚ ਕੋਸ਼ਿਸ਼ ਜਿਹੜੀ ਹੈ ਉਹ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਲਾਈਫ ਨੂੰ ਬੈਟਰ ਬਣਾ ਸਕੇ। ਇੰਡੀਵਿਜੂਅਲ ਲੈਵਲ ਦੇ ਉੱਤੇ ਗੁਰੂ ਸਾਹਿਬ ਜੋ ਜ਼ਿਕਰ ਕਰਦੇ ਨੇ, ਜੋ ਇੱਕ ਪਿੱਛੇ ਜੋ ਅਸੀਂ ਸਾਰੀਆਂ ਉਹਨਾਂ ਦੇ ਹੋਰ 17-18 ਹੁਕਮਨਾਮੇ ਜਿਹੜੇ ਨੇ ਉਹਨਾਂ ਦਾ ਵਿਚਾਰ ਕੀਤਾ ਹੈ 52 ਹੁਕਮਾਂ ਦੇ ਵਿੱਚੋਂ, ਉਸ ਦੀ ਕਿਸਮ ਦੀ ਜੋ ਸਿੰਥੇਸਿਸ ਹੈ ਕਿ 5 ਕਕਾਰਾਂ ਦੀ ਰਹਿਤ ਮੇਨਟੇਨ ਕਰਕੇ ਰੱਖਣਾ, ਇਹ ਬਹੁਤ ਜ਼ਰੂਰੀ ਹੈ। ਔਰ ਆਪਾਂ ਦੇਖਿਆ ਹੁਣੇ ਜਿਹੜਾ ਪਿੱਛੇ ਆਪਾਂ ਗੁਰੂ ਸਾਹਿਬ ਦਾ ਜਿਹੜਾ ਰਹਿਤਨਾਮਾ ਹੈ ਕਿ ਵੀ ਉਸ ਦੇ ਵਿੱਚ ਰਾਈਟ ਇਨ ਦ ਬਿਗਿਨਿੰਗ ਪਹਿਲੀ ਲਾਈਨ ਦੇ ਵਿੱਚ ਗੁਰੂ ਸਾਹਿਬ ਜਿਹੜੇ ਨੇ ਉਹ ਖੰਡੇ ਬਾਟੇ ਦੀ ਜਿਹੜੀ ਪੌਲ ਹੈ ਉਸ ਦੀ ਜਿਹੜੀ ਰਹਿਤ ਹੈ ਉਸ ਦਾ ਜ਼ਿਕਰ ਕਰ ਰਹੇ ਨੇ ਕਿ ਵੀ ਉਹ ਰਹਿਤ ਜਿਹੜੀ ਹੈ ਉਹ ਮੇਨਟੇਨ ਕਰਕੇ ਰੱਖਣਾ ਬਹੁਤ ਜ਼ਰੂਰੀ ਹੈ। ਫਿਰ ਜ਼ਿਕਰ ਆਉਂਦਾ ਹੈ ਅੰਮ੍ਰਿਤ ਵੇਲੇ ਦਾ ਜਾਗਣਾ, ਔਰ ਆਪਾਂ ਅੰਮ੍ਰਿਤ ਵੇਲੇ ਦਾ ਜਿਹੜਾ ਜਾਗਣਾ ਹੈ ਉਸ ਬਾਰੇ ਆਪਾਂ ਪਹਿਲੇ ਵੀ ਵਿਚਾਰ ਕੀਤਾ ਹੈ ਕਿ ਵੀ ਅੰਮ੍ਰਿਤ ਵੇਲਾ ਜਿਹੜਾ ਹੈ ਉਹ ਕੀ ਟਾਈਮ ਹੈ ਔਰ ਅੰਮ੍ਰਿਤ ਵੇਲੇ ਦਾ ਜਿਹੜਾ ਜਾਗਣਾ ਹੈ ਉਸ ਨੂੰ ਕਿਉਂ ਗੁਰੂ ਸਾਹਿਬ ਇੰਨਾ ਇੰਪੋਰਟੈਂਟ ਕਰਦੇ ਨੇ। ਔਰ ਫਿਰ ਅੱਗੇ ਗੱਲ ਆ ਜਾਂਦੀ ਵੀ ਅੰਮ੍ਰਿਤ ਵੇਲੇ ਅਗਰ ਕੋਈ ਜਾਗ ਰਿਹਾ ਹੈ ਤੇ ਜਾਗ ਕੇ ਕੀ ਕਰਨਾ ਹੈ, ਉਸ ਵੇਲੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਹੈ, ਸਿਮਰਨ ਕਰਨਾ ਹੈ, ਨਿਤਨੇਮ ਦੀ ਜਿਹੜੀ ਬਾਣੀਆਂ ਨੇ ਉਸ ਦਾ ਪਾਠ ਕਰਨਾ ਹੈ, ਔਰ ਫਿਰ ਸ਼ਾਮ ਵੇਲੇ ਰਹਿਰਾਸ ਸਾਹਿਬ ਦਾ ਔਰ ਕੀਰਤਨ ਸੋਹਿਲੇ ਦਾ ਪਾਠ ਕਰਨਾ ਹੈ। ਅਗਰ ਇਹ ਚੀ ਬਾਣੀਆਂ ਜਿਹੜੀਆਂ ਨੇ ਇਨਸਾਨ ਨੂੰ ਕੰਠ ਹੋਣ ਤੇ ਫਿਰ ਉਹ ਕਿਤੇ ਵੀ ਤੁਰਦਾ ਫਿਰਦਾ ਜਿਸ ਵੇਲੇ ਉਹਨੂੰ ਜਿੱਥੇ ਵੀ ਕਿਤੇ ਮੌਕਾ ਮਿਲਦਾ ਹੈ ਉਹ ਕਰ ਸਕਦਾ ਹੈ। ਫਿਰ ਉਸ ਦੀ ਕੋਈ ਹੀ ਇਜ਼ ਨਾਟ ਟਾਈਡ ਡਾਊਨ ਕਿ ਵੀ ਮੇਰੇ ਹੱਥ 'ਚ ਕੋਈ ਗੁਟਕਾ ਹੋਏਗਾ ਤਾਂ ਹੀ ਮੈਂ ਕਰਾਂਗਾ। ਸੋ ਇਹ ਬਹੁਤ ਜ਼ਰੂਰੀ ਚੀਜ਼ਾਂ ਨੇ। ਔਰ ਇਸ ਦੇ ਵਿੱਚ ਅਕਸਰ ਲੋਕੀ ਇੱਕ ਸਵਾਲ ਉਠਾਉਂਦੇ ਨੇ ਕਿ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਕਿਹੜੀਆਂ ਬਾਣੀਆਂ ਆਉਂਦੀਆਂ ਨੇ, ਉਹ ਆਪਾਂ ਫਿਰ ਕਿਸੇ ਵੇਲੇ ਵਿਚਾਰ ਕਰਾਂਗੇ। ਵਿਚਾਰ ਉਸ ਨੂੰ ਇਸ ਹਿਸਾਬ ਨਾਲ ਕਰਾਂਗੇ ਕਿ ਕੁਝ ਬਾਣੀਆਂ ਉਹ ਨੇ ਜਿਹੜੀਆਂ ਨਿਤਨੇਮ ਦੀਆਂ ਬਾਣੀਆਂ ਨੇ, ਕੁਝ ਬਾਣੀਆਂ ਉਹ ਨੇ ਜਿਹੜੀਆਂ ਖੰਡੇ ਬਾਟੇ ਦੀ ਜਿਸ ਵੇਲੇ ਪੌਲ ਤਿਆਰ ਹੁੰਦੀ ਹੈ ਤੇ ਉਸ ਵੇਲੇ ਉਹ ਬਾਣੀਆਂ ਜਿਹੜੀਆਂ ਨੇ ਉਹਨਾਂ ਨੂੰ ਆਪਾਂ ਰਿਸਾਈਟ ਕਰਦੇ ਹਾਂ। ਸੋ ਵਾਟ ਇਜ਼ ਦ ਡਿਫਰੈਂਸ, ਵੀ ਵਿਲ ਡਿਸਕਸ ਇਟ ਐਟ ਸਮ ਟਾਈਮ। ਪਰ ਇਹ ਇੱਕ ਇੰਡੀਵਿਜੂਅਲ ਲੈਵਲ ਦੇ ਉੱਤੇ ਰਹਿਤ ਮੇਨਟੇਨ ਕਰਨ ਵਾਲਾ ਸਿੰਘ ਜਿਹੜਾ ਹੈ ਜਿਸ ਦੀ ਆਪਾਂ ਸੰਗਤ ਕਰਨੀ ਹੈ, ਗੁਰੂ ਸਾਹਿਬ ਜੋ ਸਾਨੂੰ ਕਹਿ ਰਹੇ ਨੇ ਇਹ ਉਸ ਦੀਆਂ ਕੁਆਲਿਟੀਜ਼ ਨੇ, ਉਸ ਦੀ ਡੇਲੀ ਲਾਈਫ ਹੈ। ਔਰ ਜਿਸ ਤਰ੍ਹਾਂ ਆਪਾਂ ਪਹਿਲੇ ਵੀ ਵਿਚਾਰ ਕੀਤਾ ਹੈ ਵੀ ਅੰਮ੍ਰਿਤ ਵੇਲੇ ਦਾ ਜਿਹੜਾ ਜਾਗਣਾ ਹੈ ਉਸ ਦਾ ਬਾਰ-ਬਾਰ ਗੁਰਬਾਣੀ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਵੀ ਵਾਈ ਇਜ਼ ਦੈਟ ਇੰਪੋਰਟੈਂਟ। ਹੁਣ ਅੱਗੇ ਆ ਜਾਂਦਾ ਹੈ ਕਿ ਵੀ ਇੱਕ ਜਿਹੜਾ ਰਹਿਤ ਵਾਲਾ ਸਿੱਖ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਆਪਾਂ ਇੱਕ ਇੰਡੀਵਿਜੂਅਲ ਉਸ ਦੀ ਗਰੋਥ ਦੇਖ ਲਈ, ਇੱਕ ਆਪਾਂ ਉਸ ਦੀ ਪੰਥਿਕ ਗਰੋਥ ਦੇਖ ਲਈ, ਕਾਰਪੋਰੇਟ ਗਰੋਥ ਦੇਖ ਲਈ, ਇੱਕ ਨਾਲ ਹੀ ਆਪਣੇ ਹੈ ਕਿ ਵੀ ਉਹ ਇੱਕ ਸਪਿਰਿਚੁਅਲ ਡਿਸਪਲਿਨ ਵੀ ਮੇਨਟੇਨ ਕਰ ਰਿਹਾ ਹੈ। ਔਰ ਉਹ ਸਪਿਰਿਚੁਅਲ ਡਿਸਪਲਿਨ ਜਿਹੜਾ ਹੈ ਉਹ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਗੁਰੂ ਉਸ ਨੂੰ ਜੋ ਕਹਿ ਰਿਹਾ ਹੈ, ਪਰਮਾਤਮਾ ਉਸ ਨੂੰ ਜੋ ਕਹਿ ਰਿਹਾ ਹੈ, ਉਹ ਗੁਰੂ ਦਾ ਉਪਦੇਸ਼ ਜਿਹੜਾ ਹੈ ਉਹ ਸੁਣ ਰਿਹਾ ਹੈ ਔਰ ਗੁਰੂ ਦੀ ਜਿਹੜੀ ਦਿੱਤੀ ਹੋਈ ਬਾਣੀ ਹੈ ਉਸ ਨੂੰ ਉਹ ਜਪ ਰਿਹਾ ਹੈ ਔਰ ਹਰ ਵੇਲੇ ਉਸ ਡਿਸਪਲਿਨ ਦੇ ਵਿੱਚ ਆਪਣੀ ਇੱਕ ਸਪਿਰਿਚੁਅਲ ਐਨਲਾਈਟਨਮੈਂਟ ਵੱਲ ਉਹ ਤੁਰਿਆ ਜਾ ਰਿਹਾ ਹੈ। ਬਹਿੰਦਿਆਂ ਉੱਠਦਿਆਂ ਹਰ ਵੇਲੇ ਉਸ ਪਰਮਾਤਮਾ ਨੂੰ ਆਪਣੇ ਧਿਆਨ 'ਚ ਰੱਖਦਾ ਹੈ, ਸਾਸ ਗਿਰਾਸ ਹਰ ਸਾਹ ਦੇ ਨਾਲ ਉਸ ਪਰਮਾਤਮਾ ਨੂੰ ਉਹ ਯਾਦ ਰੱਖਦਾ ਹੈ। ਔਰ ਇਹ ਚੀਜ਼ ਜਿਹੜੀ ਹੈ ਇਹ ਸਿਮਰਨ ਵਾਲੇ ਪੁਆਇੰਟ ਆਫ ਵਿਊ ਤੋਂ ਬਹੁਤ ਇੰਪੋਰਟੈਂਟ ਹੈ। ਇਸੇ ਤਰ੍ਹਾਂ ਜ਼ਿਕਰ ਆਪਾਂ ਕੀਤਾ ਕਿ ਵੀ ਇੱਕ ਇੰਡੀਵਿਜੂਅਲ ਦੀ ਗਰੋਥ ਹੋ ਰਹੀ ਹੈ, ਇੱਕ ਉਸ ਦੀ ਸਪਿਰਿਚੁਅਲ ਗਰੋਥ ਹੋ ਰਹੀ ਹੈ, ਇੱਕ ਉਸ ਦੀ ਪੰਥਿਕ ਗਰੋਥ ਹੋ ਰਹੀ ਹੈ। ਹੁਣ ਪੰਥਿਕ ਗਰੋਥ ਜਿਹੜੀ ਹੈ ਇੱਕ ਸਿੱਖ ਦੀ ਉਹ ਕੀ ਹੈ, ਇੱਕ ਕੀ ਐਸਾ ਡਿਸਪਲਿਨ ਹੈ ਜਿਹੜਾ ਕਿ ਇੱਕ ਰਹਿਤ ਵਾਲਾ ਸਿੱਖ ਜਿਹੜਾ ਹੈ ਉਸ ਬਾਰੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਵੀ ਉਸ ਨੂੰ ਮੇਨਟੇਨ ਕਰਨਾ ਚਾਹੀਦਾ ਹੈ।
as his responsibility towards his ਪੰਥ। ਉਹ ਪੰਥਿਕ ਰਿਸਪੌਂਸਿਬਿਲਿਟੀ ਜਿਹੜੀ ਹੈ, ਡਿਟੇਲ 'ਚ ਆਪਾਂ ਫਿਰ ਕਿਸੇ ਵੇਲੇ ਡਿਸਕਸ ਕਰਾਂਗੇ, ਬਟ ਵੈਰੀ ਬਰੀਫਲੀ ਉਹ ਇੱਕ ਬੜਾ ਇੰਪੋਰਟੈਂਟ ਕਨਸੈਪਟ ਹੈ ਕਿ ਇੱਕ ਸਿੱਖ ਜਿਹੜਾ ਹੈ ਉਹ ਆਪਣੀ ਜ਼ਿੰਦਗੀ ਸਿਰਫ ਇੰਡੀਵਿਜੂਅਲ ਲੈਵਲ ਤੇ ਨਹੀਂ ਬਤੀਤ ਕਰਦਾ, ਉਹ ਇੱਕ ਕਾਰਪੋਰੇਟ ਲੈਵਲ ਦੇ ਉੱਤੇ ਸੁਸਾਇਟੀ ਦੀ ਬੈਟਰਮੈਂਟ ਵਾਸਤੇ ਵੀ ਕੰਮ ਕਰਦਾ ਹੈ। ਉਹ ਸੁਸਾਇਟੀ ਜਿਹੜੀ ਹੈ ਉਸ ਦੇ ਵਿੱਚ ਭਾਵੇਂ ਸਿੱਖ ਨੇ ਜਾਂ ਨੌਨ ਸਿੱਖ ਨੇ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ। ਸਾਨੂੰ ਭਾਈ ਕਨਈਆ ਜੀ ਦਾ ਪਤਾ, ਜਿਨ੍ਹਾਂ ਨੇ ਕਿ ਜੰਗ ਦੇ ਵਿੱਚ ਦੁਸ਼ਮਣਾਂ ਨੂੰ ਪਾਣੀ ਜਿਹੜਾ ਦਿੱਤਾ, ਉਹਨਾਂ ਦੀ ਫਰਸਟ ਏਡ ਉਹਨਾਂ ਨੂੰ ਦਿੱਤੀ, ਠੀਕ ਹੈ। ਔਰ ਸਾਨੂੰ ਇਹ ਵੀ ਪਤਾ ਹੈ ਵੀ ਗੁਰੂ ਦੇ ਸਿੱਖ ਜਿਹੜੇ ਸੀਗੇ ਉਹ ਭਾਈ ਕਨਈਆ ਜੀ ਨੂੰ ਫੜ ਕੇ ਤੇ ਗੁਰੂ ਸਾਹਿਬ ਕੋਲ ਲੈ ਗਏ ਸੀ ਵੀ ਜਿਨ੍ਹਾਂ ਦੁਸ਼ਮਣਾਂ ਦੇ ਨਾਲ ਅਸੀਂ ਲੜ ਰਹੇ ਹਾਂ, ਜਿਨ੍ਹਾਂ ਨੂੰ ਅਸੀਂ ਮਾਰ ਰਹੇ ਹਾਂ, ਇਹ ਉਹਨਾਂ ਦੀ ਮਲਮ ਪੱਟੀ ਕਰਕੇ ਉਹਨਾਂ ਨੂੰ ਫਿਰ ਤੋਂ ਆਪਣੇ ਪੈਰ ਤੇ ਖੜਾ ਕਰ ਰਹੇ ਨੇ। ਇੱਕ ਕਮਿਟਮੈਂਟ ਟੁਵਰਡਸ ਸੋਸਾਇਟੀ ਹੈ, ਬਿਕੋਜ਼ the individual sees the guru, the individual sees the creator in that society, in every human who is living in that society. So ਉਸ ਨੂੰ ਲੱਗਦਾ ਹੈ ਵੀ ਜਿਸ ਵੇਲੇ ਮੈਂ ਆਪਣੀ ਸੁਸਾਇਟੀ ਦੀ ਸੇਵਾ ਕਰ ਰਿਹਾ, ਮੈਂ ਸਿੱਖਾਂ ਦੀ ਸੇਵਾ ਕਰ ਰਿਹਾ ਜਾਂ ਨੌਨ ਸਿੱਖਾਂ ਦੀ ਸੇਵਾ ਕਰ ਰਿਹਾ, ਤੇ ਮੈਂ ਆਪਣੇ ਗੁਰੂ ਜਾਂ ਆਪਣੇ ਕ੍ਰੀਏਟਰ ਦੇ ਵੱਲ ਨਿਯਮਬੱਧ ਤਰੀਕੇ ਦੇ ਨਾਲ ਇੱਕ ਡਿਵੋਸ਼ਨ ਦਿਖਾ ਰਿਹਾ। ਸੋ ਬੈਟਰਮੈਂਟ ਆਫ ਸੋਸਾਇਟੀ ਐਂਡ ਮੋਰ ਸਪੈਸੀਫਿਕਲੀ ਤੁਸੀਂ ਇਹ ਕਹਿ ਸਕਦੇ ਹੋ ਕਿ ਬੈਟਰਮੈਂਟ ਆਫ ਸਿੱਖ ਜਿਹੜੇ ਨੇ ਐਂਡ ਬੈਟਰਮੈਂਟ ਆਫ ਸਿੱਖੀ, ਇਹ ਇੱਕ ਕਾਰਪੋਰੇਟ ਜਾਂ ਪੰਥਿਕ ਰਿਸਪੌਂਸਿਬਿਲਿਟੀ ਹੈ ਹਰ ਸਿੱਖ ਦੀ। ਔਰ ਜਿਹੜਾ ਬੰਦਾ ਉਸ ਡਿਸਪਲਿਨ ਨੂੰ, ਉਸ ਮਰਿਆਦਾ ਨੂੰ ਫੋਲੋ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਕਿ ਉਹ ਇੱਕ ਰਹਿਤ ਵਾਲਾ ਸਿੱਖ ਹੈ ਜਿਸ ਦੀ ਅਸੀਂ ਕੰਪਨੀ ਕਰਨੀ ਹੈ। ਔਰ ਤੁਸੀਂ ਇਸ ਨੂੰ ਅਗਰ ਇੱਕ ਮਿੰਟ ਸੋਚ ਕੇ ਦੇਖੋ ਕਿ ਵੀ ਜਿਹੜਾ ਬੰਦਾ ਇਸ ਕਿਸਮ ਦਾ ਕੰਮ ਤੁਹਾਡੇ ਆਲੇ ਦੁਆਲੇ ਕਰ ਰਿਹਾ ਹੈ, ਥਿੰਕ ਅਬਾਊਟ ਇਟ, ਡੋਂਟ ਯੂ ਥਿੰਕ ਕਿ ਉਹ ਬੰਦਾ ਜਿਹੜਾ ਤੁਹਾਨੂੰ ਇਨਸਪਾਇਰ ਕਰਦਾ ਹੈ, ਤੁਹਾਨੂੰ ਉਸ ਦੇ, ਤੁਸੀਂ ਉਸ ਵੱਲ ਦੇਖਦੇ ਹੋ ਐਜ਼ ਅ ਰੋਲ ਮਾਡਲ, ਤੁਸੀਂ ਜੋ ਜਿਸ ਕਿਸਮ ਦੀ ਜ਼ਿੰਦਗੀ ਉਹ ਬਤੀਤ ਕਰ ਰਿਹਾ, ਜੋ ਉਹ ਕੰਮ ਕਰ ਰਿਹਾ, ਤੁਹਾਡਾ ਵੀ ਜੀ ਕਰਦਾ ਹੈ ਕਿ ਤੁਸੀਂ ਉਸ ਕਿਸਮ ਦੇ ਕੰਮ ਕਰੋ ਜਿਸ ਦੇ ਨਾਲ ਕਿ ਸੁਸਾਇਟੀ ਦੀ ਬੈਟਰਮੈਂਟ ਹੋ ਸਕੇ। ਔਰ ਆਪਾਂ ਪਹਿਲੇ ਵੀ ਇਸ ਬਾਰੇ ਵਿਚਾਰ ਕੀਤਾ ਹੈ, ਭਾਈ ਗੁਰਦਾਸ ਜੀ ਦੇ ਸ਼ਬਦ ਵੀ ਸੀਗੇ ਜਿਨ੍ਹਾਂ ਦਾ ਅਸੀਂ ਵਿਚਾਰ ਕੀਤਾ ਹੈ ਕਿ ਵੀ ਇੱਕ ਸਿੱਖ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੋਰ ਸਿੱਖ ਜਿਹੜੇ ਨੇ ਉਹਨਾਂ ਨੂੰ ਬਾਣੀ ਸਿਖਾਉਣ, ਉਹਨਾਂ ਨੂੰ ਐਜੂਕੇਟ ਕਰਨ, ਉਹਨਾਂ ਦੀ ਕੋਈ ਹੋਰ ਕਿਸੇ ਕਿਸਮ ਦੀ ਮਾਲੀ ਜਾਂ ਹੋਰ ਕੋਈ ਸਹਾਇਤਾ ਕਰ ਸਕਦੇ ਨੇ ਤੇ ਉਹ ਸਹਾਇਤਾ ਕਰਨ। ਇਹ ਇੱਕ ਕਾਰਪੋਰੇਟ ਰਿਸਪੌਂਸਿਬਿਲਿਟੀ ਹੈ ਸਿੱਖਾਂ ਦੀ। ਅਸੀਂ ਗੁਰਦੁਆਰੇ ਜਾਂਦੇ ਹਾਂ, ਗੁਰਦੁਆਰੇ ਜਾ ਕੇ ਅਸੀਂ ਲੰਗਰ ਦੀ ਸੇਵਾ ਕਰਦੇ ਹਾਂ, ਭਾਂਡਿਆਂ ਦੀ ਸੇਵਾ ਕਰਦੇ ਹਾਂ, ਹੋਰ ਕਈ ਕਿਸਮ ਦੀਆਂ ਸਫਾਈਆਂ ਕਰਦੇ ਹਾਂ। ਅਗਰ ਕਿਤੇ ਇੰਨੇ ਅੱਜ ਕੱਲ੍ਹ ਸਾਡੇ ਸਿੰਘ ਨੇ ਜਿਹੜੇ ਕਿ ਕਿਤੇ ਵੀ ਕੋਈ ਅਰਥਕੁਏਕ ਆ ਜਾਂਦਾ ਹੈ, ਕੋਈ ਹੋਰ ਚੀਜ਼ ਹੋ ਜਾਂਦੀ ਹੈ, ਉੱਥੇ ਪਹੁੰਚ ਜਾਂਦੇ ਨੇ ਸੇਵਾ ਕਰਨ ਵਾਸਤੇ। ਇਹ ਇੱਕ ਸਿੱਖ ਦੀ ਕਾਰਪੋਰੇਟ ਰਿਸਪੌਂਸਿਬਿਲਿਟੀ ਹੈ, ਇੱਕ ਉਸ ਦੀ ਪੰਥਿਕ ਰਿਸਪੌਂਸਿਬਿਲਿਟੀ ਹੈ। ਪਰ ਇਸ ਦੇ ਵਿੱਚ ਐਮਫਸਾਈਜ਼ ਕਰਨ ਵਾਲੀ ਗੱਲ ਇਹ ਹੈ ਕਿ ਬਹੁਤ ਇੰਪੋਰਟੈਂਟ ਹੈ ਕਿ ਜਿੱਥੇ ਅਸੀਂ ਹੋਰਾਂ ਦੀ ਬੈਟਰਮੈਂਟ ਵਾਸਤੇ, ਸੁਸਾਇਟੀ ਦੀ ਬੈਟਰਮੈਂਟ ਵਾਸਤੇ ਕੰਮ ਕਰ ਰਹੇ ਹਾਂ, ਉੱਥੇ ਸਾਨੂੰ ਇਹ ਵੀ ਫੋਕਸ ਆਪਣਾ ਰੱਖਣ ਦੀ ਜ਼ਰੂਰਤ ਹੈ ਕਿ ਅਸੀਂ ਜਿਹੜੇ ਸਾਡੇ ਹੋਰ ਸਿੱਖ ਭੈਣ ਭਰਾ ਨੇ, ਭਾਵੇਂ ਸਾਡਾ ਉਹਨਾਂ ਦੇ ਨਾਲ ਕੋਈ ਰਿਸ਼ਤਾ ਹੈ ਜਾਂ ਨਹੀਂ ਹੈ, ਪਰ ਇੱਕ ਬ੍ਰਦਰਹੁੱਡ ਦੇ ਥਰੂ ਸਾਡਾ ਉਹਨਾਂ ਦੇ ਨਾਲ ਰਿਸ਼ਤਾ ਹੈ ਗੁਰੂ ਕਰਕੇ, ਉਹਨਾਂ ਦੀ ਬੈਟਰਮੈਂਟ ਵਾਸਤੇ ਅਸੀਂ ਜੋ ਵੀ ਕਰ ਸਕਦੇ ਹਾਂ ਉਹ ਸਾਨੂੰ ਕਰਨਾ ਚਾਹੀਦਾ ਹੈ। ਔਰ ਸਪੈਸੀਫਿਕਲੀ ਅਗਰ ਅਸੀਂ ਕਿਸੇ ਸਿੱਖ ਦੀ ਮਦਦ ਕਰ ਸਕਦੇ ਹਾਂ, ਉਸ ਨੂੰ ਹੋਰ ਐਜੂਕੇਸ਼ਨ ਦੇ ਵਿੱਚ, ਉਸ ਨੂੰ ਉਸ ਦੀ ਪ੍ਰੋਫੈਸ਼ਨਲ ਅਚੀਵਮੈਂਟਸ ਦੇ ਵਿੱਚ, ਪ੍ਰੋਫੈਸ਼ਨਲ ਗਰੋਥ ਦੇ ਵਿੱਚ, ਤੇ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ। ਇਹ ਇੱਕ ਸਿੱਖ ਦੀ ਪੰਥਿਕ ਰਿਸਪੌਂਸਿਬਿਲਿਟੀ ਹੈ। ਔਰ ਫਿਰ ਆਪਾਂ ਪਹਿਲੇ ਵੀ ਜ਼ਿਕਰ ਕੀਤਾ ਹੈ ਕਿ ਵੀ ਇੱਕ ਸਿੱਖ ਦੀ ਜਿਹੜੀ ਸਪਿਰਿਚੁਅਲ ਰਹਿਤ ਹੈ, ਇੱਕ ਉਸ ਦੀ ਇੰਡੀਵਿਜੂਅਲ ਰਹਿਤ ਹੈ, ਉਹ ਕਿਸ ਤਰ੍ਹਾਂ ਆਪਣੀ ਡੇਲੀ ਲਾਈਫ ਨੂੰ ਬੈਟਰ ਬਣਾਉਂਦਾ ਹੈ, ਉਸ ਦੀ ਕਾਰਪੋਰੇਟ ਰਿਸਪੌਂਸਿਬਿਲਿਟੀ ਹੈ। ਉਸੇ ਤਰ੍ਹਾਂ ਉਸ ਦੀ ਇੱਕ ਗੁਰੂ ਦੇ ਪ੍ਰਤੀ, ਕ੍ਰੀਏਟਰ ਦੇ ਪ੍ਰਤੀ, ਵਾਹਿਗੁਰੂ ਦੇ ਪ੍ਰਤੀ ਇੱਕ ਉਸ ਦੀ ਸਪਿਰਿਚੁਅਲ ਕਮਿਟਮੈਂਟ ਵੀ ਹੈ। ਔਰ ਸਪਿਰਿਚੁਅਲ ਕਮਿਟਮੈਂਟ ਉਹ ਹੈ ਕਿ ਉਹ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦਾ ਹੈ। ਔਰ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਉਹ ਇਨਸਾਨ ਜਿਹੜਾ ਹੈ ਉਹ ਹੌਲੀ 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 ਉਸ ਦੀ ਸਪਿਰਿਚੁਅਲ ਐਨਲਾਈਟਨਮੈਂਟ ਇੰਨੀ ਹੋ ਜਾਂਦੀ ਹੈ ਕਿ ਉਹ ਉਸ ਪਰਮਾਤਮਾ ਦੇ ਬਣਾਏ ਹੋਏ ਇਸ ਸੰਸਾਰ ਨੂੰ ਸਮਝ ਜਾਂਦਾ ਹੈ ਕਿ ਉਸ ਦੀ ਕ੍ਰੀਏਸ਼ਨ ਦਾ ਮਕਸਦ ਕੀ ਹੈ। ਆਪਾਂ ਉਹਨੇ ਪਿੱਛੇ ਜੇ ਜਿਹੜਾ ਇੱਕੋ ਬੜਾ ਪਾਵਰਫੁਲ ਨਾਸਾ ਦਾ ਵੈਬ ਟੈਲੀਸਕੋਪ ਹੈਗਾ, ਉਸ ਦੇ ਥਰੂ ਉਹਨਾਂ ਨੇ ਜਿਹੜੀਆਂ ਪਿਕਚਰਸ ਲਿੱਤੀਆਂ ਸੀ, ਉਹ ਪਿਕਚਰਸ ਉਹਨਾਂ ਨੇ ਦਿਖਾਈਆਂ ਕਿ ਕਿਸ ਤਰ੍ਹਾਂ ਅਕ੍ਰੋਸ ਦਾ ਯੂਨੀਵਰਸ, ਗਲੈਕਸੀਜ਼ ਦੇ ਵਿੱਚ ਸਟਾਰਸ ਔਰ ਸੋਲਰ ਸਿਸਟਮਸ ਜਿਹੜੇ ਨੇ ਉਹ ਬਣ ਰਹੇ ਨੇ। ਇਹ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਹੁਣ
ਹੌਲੀ ਹੌਲੀ ਇਨ ਬਿਟਸ ਐਂਡ ਪੀਸਸ ਬਿਕੋਜ਼ ਆਫ ਟੈਕਨੋਲੋਜੀਕਲ ਐਡਵਾਂਸਮੈਂਟ ਸਾਨੂੰ ਪਤਾ ਲੱਗ ਰਹੀਆਂ ਨੇ। ਪਰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦਾ ਜ਼ਿਕਰ ਜਿਹੜਾ ਹੈ ਬਾਣੀ ਦੇ ਵਿੱਚ ਅੱਜ ਤੋਂ ਬਹੁਤ ਸਾਲ ਪਹਿਲੇ ਦਾ ਕੀਤਾ ਹੋਇਆ। ਔਰ ਇਸ ਪਲੇਟਫਾਰਮ ਦੇ ਉੱਤੇ ਬਹੁਤ ਸਾਰੇ ਸੂਝਵਾਨ ਜਿਹੜੇ ਸਪੀਕਰ ਆਏ ਨੇ, ਉਹਨਾਂ ਨੇ ਉਹਨਾਂ ਸਾਇੰਟੀਫਿਕ ਕਨਸੈਪਟਸ ਦਾ ਬਾਰ-ਬਾਰ ਜ਼ਿਕਰ ਕੀਤਾ ਹੈ। ਸੋ ਜਿਹੜਾ ਇੱਕ ਸਿੱਖ ਗੁਰੂ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਹੈ, ਬਾਣੀ ਨੂੰ ਜ਼ਿੰਦਗੀ ਬਣਾ ਕੇ ਆਧਾਰ ਆਪਣਾ ਤੇ ਅੱਗੇ ਚੱਲਦਾ ਹੈ, ਉਹ ਸਿਰਫ ਆਪਣੀ ਕੋਈ ਪਰਸਨਲ ਜਾਂ ਪ੍ਰੋਫੈਸ਼ਨਲ ਲਾਈਫ ਨੂੰ ਇੰਪਰੂਵ ਨਹੀਂ ਕਰ ਰਿਹਾ ਜਾਂ ਸਪਿਰਚੁਅਲ ਐਨਲਾਈਟਨਮੈਂਟ ਨਹੀਂ ਕਰ ਰਿਹਾ, ਪਰ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇਸ ਯੂਨੀਵਰਸ ਦੇ ਕ੍ਰੀਏਸ਼ਨ ਬਾਰੇ ਜੋ ਗੱਲਾਂ ਕੀਤੀਆਂ ਨੇ, ਇਨਸਾਨ ਦੀ ਕ੍ਰੀਏਸ਼ਨ ਬਾਰੇ ਜੋ ਗੱਲਾਂ ਕੀਤੀਆਂ ਨੇ, ਜੋ ਕਨਸੈਪਟਸ ਉਹਨਾਂ ਨੇ ਬਾਣੀ 'ਚ ਦਰਜ ਕੀਤੇ ਨੇ, ਉਹ ਵੀ ਸਾਨੂੰ ਪਤਾ ਲੱਗਦੇ ਨੇ। ਸੋ ਇਹ ਉਹ ਇਨਸਾਨ ਨੇ ਜਿਨ੍ਹਾਂ ਦੀ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਵੀ ਆਪਣੇ ਉਹ ਇੱਕ ਇੰਡੀਵਿਜੂਅਲ ਮਰਿਆਦਾ ਬਣਾ ਕੇ ਜ਼ਿੰਦਗੀ ਬਤੀਤ ਕਰ ਰਹੇ ਨੇ, ਇੱਕ ਪੰਥਿਕ ਰਿਸਪੌਂਸਿਬਿਲਿਟੀ ਫੋਲੋ ਕਰ ਰਹੇ ਨੇ, ਇੱਕ ਸਪਿਰਚੁਅਲ। ਔਰ ਇਹੋ ਜਿਹੇ ਲੋਕ ਜਿਹੜੇ ਨੇ ਉਹਨਾਂ ਦਾ ਗੁਰੂ ਸਾਹਿਬ ਜ਼ਿਕਰ ਕਰਦੇ ਨੇ ਕਿ ਅਸੀਂ ਉਹਨਾਂ ਦੀ ਸੰਗਤ ਜਿਹੜੀ ਹੈ ਉਹ ਅਸੀਂ ਕਰਨੀ ਹੈ ਤਾਂ ਕਿ ਅਸੀਂ ਆਪਣੀ ਲਾਈਫ ਨੂੰ ਇੰਪਰੂਵ ਕਰ ਸਕੀਏ। ਔਰ ਆਪਾਂ ਪਿਛਲੇ ਹੁਕਮ ਦੇ ਵਿੱਚ ਵੀ ਇਸ ਬਾਰੇ ਵਿਚਾਰ ਕੀਤਾ ਸੀਗਾ ਵੀ ਕਿਹੜੇ ਉਹ ਐਸੇ ਲੋਕ ਨੇ, ਕਿਹੜੀਆਂ ਉਹ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ। ਔਰ ਉਸ ਦੇ ਵਿੱਚ ਉਹ ਸਿੱਖ ਜਿਹੜੇ ਕਿ ਜਾਂ ਉਹ ਇਨਸਾਨ ਜੋ ਕਿ ਕਿਸੇ ਗਰੀਬ ਨੂੰ ਜਾਂ ਕਿਸੇ ਘੱਟ ਐਜੂਕੇਟਿਡ ਨੂੰ ਮਾੜਾ ਸਮਝਦੇ ਨੇ, ਆਪਣੇ ਲਾਗੇ ਨਹੀਂ ਬੈਠਣ ਦਿੰਦੇ, ਗੁਰੂ ਸਾਹਿਬ ਕਹਿੰਦੇ ਨੇ ਕਿ ਇਹੋ ਜਿਹੇ ਜਿਹੜੇ ਸਿੱਖ ਨੇ ਉਹਨਾਂ ਨੂੰ ਅਵੋਇਡ ਕਰੋ, ਉਹ ਮੇਰੇ ਸਿੱਖ ਹੀ ਨਹੀਂ ਹੈ। ਕੋਈ ਐਸਾ ਸਿੱਖ ਜਿਹੜਾ ਕਿ ਗੁਰਦੁਆਰੇ ਨਹੀਂ ਜਾਂਦਾ, ਉਸ ਨੂੰ ਗੁਰੂ ਸਾਹਿਬ ਜਿਹੜੇ ਨੇ ਉਹ ਕਹਿੰਦੇ ਨੇ ਵੀ ਇਹ ਇੱਕ ਕੁਰੈਹਤ ਹੈ, ਉਹ ਕੁਰੈਹਤਾਂ ਵਾਲੇ ਸਿੱਖ ਨੇ। ਇਹੋ ਜਿਹੇ ਸਿੱਖਾਂ ਤੋਂ ਆਪਾਂ ਨੇ ਆਪਣੇ ਆਪ ਨੂੰ ਬਚਾਉਣਾ ਹੈ। ਜਿਹੜੇ ਕੋਈ ਕਿਸੇ ਕਿਸਮ ਦੇ ਇੰਟੌਕਸੀਕੈਂਟਸ ਲੈਂਦੇ ਨੇ ਜਾਂ ਕੋਈ ਕਿਸੇ ਕਿਸਮ ਦਾ ਸੈਕਰੀਫਾਈਸ਼ਲ ਮੀਟ ਜਿਹੜਾ ਕਿਸੇ ਨੂੰ ਬਲੀ ਚੜਾਉਣ ਵਾਸਤੇ ਕੰਜ਼ਿਊਮ ਕੀਤਾ ਜਾ ਰਿਹਾ, ਉਹ ਮੀਟ ਜਿਹੜਾ ਅਸੀਂ ਨਹੀਂ ਖਾਣਾ। ਔਰ ਫਿਰ ਅਸੀਂ ਬਾਣੀ ਚੋਂ ਵੀ ਪਿਛਲੀ ਵਾਰੀ ਉਦਾਹਰਨਾਂ ਦੇਖੀਆਂ ਸੀ ਵੀ ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੇ ਕਿਸ ਤਰ੍ਹਾਂ ਐਂਡੋਰਸ ਕੀਤਾ ਹੈ ਇੱਕ ਕੁਝ ਜਿਹੜੇ ਕਨਸੈਪਟਸ ਪ੍ਰੀ ਹਿਸਟੋਰਿਕ ਏਸ਼ੀਅਨ ਸੋਸਾਇਟੀਜ਼ ਦੇ ਵਿੱਚ ਚੱਲ ਰਹੇ ਨੇ ਕਿ ਵੀ ਜਿਹੜਾ ਕੋਈ ਬ੍ਰਾਹਮਣ ਨੂੰ ਮਾਰਦਾ ਹੈ ਜਾਂ ਕੋਈ ਕਿਸੇ ਗਾਂ ਨੂੰ ਮਾਰਦਾ ਹੈ ਜਾਂ ਕੋਈ ਫੀਮੇਲ ਇਨਫੈਂਟਿਸਾਈਡ ਕਰਦਾ ਹੈ ਜਾਂ ਕਿਸੇ ਬੁਰੇ ਬੰਦੇ ਤੋਂ ਕੋਈ ਡੋਨੇਸ਼ਨਸ ਲੈਂਦਾ ਹੈ, ਇਹ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਕਿ ਗੁਰੂ ਸਾਹਿਬ ਨੇ ਸਾਨੂੰ ਰੋਕਿਆ ਹੈ। ਔਰ ਜਿਹੜਾ ਵੀ ਕੋਈ ਇਨਸਾਨ ਇਹੋ ਜਿਹੀਆਂ ਚੀਜ਼ਾਂ 'ਚ ਇੰਡਲਜ ਕਰਦਾ ਹੈ, ਉਹਨਾਂ ਬੰਦਿਆਂ ਤੋਂ, ਉਹਨਾਂ ਇਨਸਾਨਾਂ ਤੋਂ ਅਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਤਾਂ ਕਿ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਕਰਪਟ ਨਾ ਹੋਵੇ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਇੱਕ ਕਾਜਲ ਦੀ ਕੋਠਰੀ ਦਾ ਸ਼ੁਰੂ 'ਚ ਸਾਨੂੰ ਐਗਜ਼ਾਮਪਲ ਦਿੱਤਾ ਹੈ ਕਿ ਵੀ ਅਗਰ ਅਸੀਂ ਇਸ ਕਿਸਮ ਦੇ ਲੋਕਾਂ ਨਾਲ ਐਸੋਸੀਏਟ ਹੋਵਾਂਗੇ ਤੇ ਕਿਤੇ ਨਾ ਕਿਤੇ ਉਹ ਇੱਕ ਸਾਡੀ ਜ਼ਿੰਦਗੀ ਦੇ ਉੱਤੇ ਦਾਗ ਜ਼ਰੂਰ ਲੱਗੇਗਾ। ਔਰ ਇਸ ਦੇ ਵਿੱਚ ਇੱਕ ਹੋਰ ਲਾਸਟ ਦੇ ਵਿੱਚ ਜਿਹੜੀ ਸਭ ਬਹੁਤ ਇੰਪੋਰਟੈਂਟ ਗੱਲ ਹੈ ਉਹ ਇਹ ਹੈ ਕਿ ਇੱਕ ਰਹਿਤ ਵਾਲਾ ਸਿੱਖ ਉਹ ਹੈ ਜਿਹੜਾ ਕਿ ਸਿਵਾਏ ਗੁਰੂ ਗ੍ਰੰਥ ਸਾਹਿਬ ਦੇ ਹੋਰ ਕਿਸੇ ਵੀ ਗੁਰੂ ਨੂੰ ਜਾਂ ਕਿਸੇ ਵੀ ਧਰਮ ਨੂੰ ਆਪਣਾ ਧਰਮ ਜਾਂ ਆਪਣਾ ਗੁਰੂ ਨਾ ਮੰਨੇ। ਸਾਨੂੰ ਹੁਕਮ ਹੈ ਕਿ ਅਸੀਂ ਹਰ ਇੱਕ ਧਰਮ ਨੂੰ ਸਮਝਣਾ ਹੈ, ਅਸੀਂ ਹਰ ਇੱਕ ਇਨਸਾਨ ਨੂੰ, ਹਰ ਇੱਕ ਧਰਮ ਨੂੰ ਰਿਸਪੈਕਟ ਦੇਣੀ ਹੈ, ਲੇਕਿਨ ਆਪਣਾ ਵਿਸ਼ਵਾਸ ਜਿਹੜਾ ਹੈ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰੱਖਣਾ ਹੈ। ਸੋ ਹਰ ਉਹ ਸਿੱਖ ਜੋ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ, 10 ਗੁਰੂ ਸਾਹਿਬ ਜਿਹੜੇ ਨੇ ਉਹਨਾਂ ਨੂੰ ਔਰ ਉਹਨਾਂ ਦੀ ਬਾਣੀ ਦੇ ਵਿੱਚ ਆਪਣਾ ਵਿਸ਼ਵਾਸ ਰੱਖਦਾ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਇਟਰਨਲ ਗੁਰੂ ਮੰਨਦਾ ਹੈ, ਹਾਜ਼ਰ ਨਾਜ਼ਰ ਹਰ ਵੇਲੇ, ਉਹ ਇਨਸਾਨ ਜਿਹੜਾ ਹੈ ਉਹ ਇੱਕ ਰਹਿਤ ਵਾਲਾ ਸਿੱਖ ਹੈ। ਔਰ ਉਹ ਜਿਹੇ ਸਿੱਖ ਦੀ ਆਪਾਂ ਸੰਗਤ ਕਰਨੀ ਹੈ। ਔਰ ਜਿਹੜਾ ਇਨਸਾਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ ਰੱਖਦਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਫੋਲੋ ਤੇ ਜ਼ਰੂਰ ਕਰਦਾ ਹੈ ਪਰ ਮੜੀਆਂ ਮਸਾਨਾਂ ਦੇ ਉੱਤੇ ਜਾ ਕੇ ਮੱਥੇ ਟੇਕਦਾ ਹੈ, ਦਰਗਾਹਾਂ ਦੇ ਉੱਤੇ ਜਾ ਕੇ ਚਾਦਰਾਂ ਚੜਾਉਂਦਾ ਹੈ, ਠੀਕ ਹੈ। ਮੈਂ ਪਿੱਛੇ ਜੇ ਇੱਕ ਮਸਕੀਨ ਜੀ ਦੀ ਕਥਾ ਸੁਣ ਰਿਹਾ ਸੀ, ਕੋਈ ਉਹ ਜ਼ਿਕਰ ਕਰ ਰਹੇ ਸੀਗੇ ਕਿ ਆਪ ਸਭ ਨੇ ਵੀ ਸ਼ਾਇਦ ਸੁਣੀ ਹੋਏਗੀ, ਉਹ ਇਹ ਜ਼ਿਕਰ ਕਰ ਰਹੇ ਸੀਗੇ ਕਿ ਵੀ ਇਸਲਾਮ ਜਿਹੜਾ ਹੈ ਉਸ ਦੇ ਵਿੱਚ ਮੜੀ ਮਸਾਨ ਜਿਹੜੇ ਨੇ ਉਹ ਵਰਜਿਤ ਨੇ, ਕੋਈ ਵੀ ਦਰਗਾਹ ਜਿਹੜੀਆਂ ਬਣਾਉਣੀਆਂ ਨੇ ਉਹ ਵਰਜਿਤ ਨੇ, ਉਹ ਮਨਾ ਨੇ, ਠੀਕ ਹੈ। ਲੇਕਿਨ ਫਿਰ ਵੀ ਉਹ ਇਹ ਗੱਲ ਕਰ ਰਹੇ ਸੀਗੇ ਕਿ ਵੀ ਮੜੀਆਂ ਮਸਾਨਾਂ ਬਣੀਆਂ ਹੋਈਆਂ ਨੇ
ਔਰ ਉਹ ਮੜੀਆਂ ਮਸਾਨਾ ਜਿਹੜੀਆਂ ਨੇ ਉਹਨਾਂ ਦੇ ਉੱਤੇ ਉਹ ਕਹਿੰਦੇ ਵੀ ਸਭ ਤੋਂ ਜ਼ਿਆਦਾ ਜਿਹੜੇ ਲੋਕੀ ਜਾਣਦੇ ਨੇ ਉਹ ਨਾਨ ਮੁਸਲਿਮਸ ਨੇ, ਵਿਚ ਇਜ਼ ਵੈਰੀ ਇੰਟਰਸਟਿੰਗ ਕਿ ਦਰਗਾਹ ਬਣੀ ਹੈ ਕਿਸੇ ਮੁਸਲਮਾਨ ਪੀਰ ਦੀ, ਲੇਕਿਨ ਉੱਥੇ ਜਾ ਨਾਨ ਮੁਸਲਿਮਸ ਰਹੇ ਨੇ, ਕਿਉਂਕਿ ਮੁਸਲਮਾਨਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਵੀ ਉੱਥੇ ਜਾਣਾ ਸਾਡੇ ਲਈ ਮਨਾ ਹੈ। ਔਰ ਗੁਰੂ ਸਾਹਿਬ ਨੇ ਵੀ ਸਾਨੂੰ ਉਸ ਗੱਲ ਤੋਂ ਮਨਾ ਕੀਤੀ ਹੈ। ਔਰ ਨਾਲ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਸੀਗਾ, ਉਹ ਅਖਬਾਰ ਦੀ, ਉਹ ਸ਼ਾਇਦ ਤੁਸੀਂ ਅਗਰ ਕਥਾ ਸੁਣੋ ਤੇ ਉਸ ਦੇ ਵਿੱਚ ਅਖਬਾਰਾਂ ਦੀ ਗੱਲ ਕਰਦੇ ਨੇ ਕਿ ਵੀ ਜਿੰਨੀਆਂ ਪੰਜਾਬੀ ਦੀਆਂ ਅਖਬਾਰਾਂ ਨੇ ਉਹਨਾਂ ਅਖਬਾਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀਆਂ ਮਸ਼ਹੂਰੀਆਂ ਨੇ ਉਹ ਇਸ ਕਿਸਮ ਦੇ ਪੀਰ ਸਾਈਂ ਔਰ ਹੋਰ ਇਹੋ ਜਿਹੇ ਸੂਟਸੇਅਰਸ ਦੀਆਂ ਨੇ ਜਿਹੜੇ ਕਹਿੰਦੇ ਵੀ ਅਸੀਂ ਤੁਹਾਡੇ ਜ਼ਿੰਦਗੀ ਦੇ ਜਿਹੜੇ ਮਸਲੇ ਨੇ ਉਹ ਹੱਲ ਕਰ ਦਿਆਂਗੇ। ਠੀਕ ਹੈ, ਕਿਸੇ ਉਹ ਕਹਿੰਦੇ ਵੀ ਉਰਦੂ ਦੀ ਅਖਬਾਰ 'ਚ ਜਾਂ ਇੰਗਲਿਸ਼ ਦੀ ਅਖਬਾਰ 'ਚ ਨਹੀਂ ਤੁਹਾਨੂੰ ਮਿਲੂਗਾ। ਸੋ ਉਹ ਰਹਿਤ ਵਾਲੇ ਸਿੱਖ ਨੇ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਵੀ ਚੀਜ਼ ਦੇ ਵਿੱਚ ਆਪਣਾ ਵਿਸ਼ਵਾਸ ਨਹੀਂ ਰੱਖਦੇ। ਔਰ ਸਿੱਖ ਦਾ ਗੁਰੂ ਜਿਹੜਾ ਹੈ, ਆਪਾਂ ਪਹਿਲੇ ਵੀ ਇਸ ਬਾਰੇ ਵਿਚਾਰ ਕੀਤੀ ਸੀ, ਸਿੱਧ ਗੋਸ਼ ਜਿਹੜੀ ਹੈ ਉਸ ਦੇ ਵਿੱਚ ਬਾਰ-ਬਾਰ ਇਸ ਗੱਲ ਦਾ ਜ਼ਿਕਰ ਆਉਂਦਾ ਹੈ ਕਿ ਇੱਕ ਸਿੱਖ ਦਾ ਗੁਰੂ ਜਿਹੜਾ ਹੈ ਉਹ ਅਗਰ ਗੁਰੂ ਗ੍ਰੰਥ ਸਾਹਿਬ ਹੈ ਤੇ ਗੁਰੂ ਗ੍ਰੰਥ ਸਾਹਿਬ ਕਿਉਂ ਹੈ? ਕਿਉਂਕਿ ਇੱਕ ਸਿੱਖ ਜਿਹੜਾ ਹੈ ਉਸ ਦਾ ਵਿਸ਼ਵਾਸ ਸ਼ਬਦ ਗੁਰੂ ਦੇ ਵਿੱਚ ਹੈ। ਸਿੱਖ ਦਾ ਗੁਰੂ ਜਿਹੜਾ ਹੈ ਉਹ ਸ਼ਬਦ ਹੈ, ਵਰਡ ਆਫ ਦ ਗੋਡ ਹੈ, ਵਰਡ ਆਫ ਦ ਲਾਰਡ ਹੈ। ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਜ਼ਰੂਰੀ ਨੇ ਸਾਡੇ ਵਾਸਤੇ ਸਮਝਣੀਆਂ, ਬਿਕੋਜ਼ ਆਪਾਂ ਬਾਰ-ਬਾਰ ਇਸ ਬਾਰੇ ਜ਼ਿਕਰ ਕਰਦੇ ਹਾਂ, ਹੁਕਮ ਨੇ, ਹੋਰ ਕਈ ਚੀਜ਼ਾਂ ਅਸੀਂ ਗੁਰਬਾਣੀ ਦੀਆਂ ਡਿਸਕਸ ਕਰਦੇ ਹਾਂ, ਉਹ ਇਸ ਲਈ ਜ਼ਰੂਰੀ ਨੇ ਕਿਉਂਕਿ ਗੁਰੂ ਸਾਹਿਬ ਸਾਨੂੰ ਇਹ ਕਹਿੰਦੇ ਨੇ ਕਿ ਵੀ ਇਨਸਾਨ ਦੇ ਨਾਲ ਉਸ ਦੇ ਅੱਛੇ ਕੀਤੇ ਹੋਏ ਕਰਮ ਔਰ ਉਸ ਦਾ ਜਿਹੜਾ ਨਿਤਨੇਮ ਹੈ, ਉਸ ਦੀ ਜਿਹੜੀ ਬਾਣੀ ਹੈ, ਸਿਰਫ ਉਹ ਉਸ ਦੇ ਨਾਲ ਜਾਣੀ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਕੋਈ ਰਿਸ਼ਤੇਦਾਰ, ਕੋਈ ਸਖਾ ਸੰਬੰਧੀ ਜਿਹੜਾ ਹੈ ਉਸ ਦੇ ਨਾਲ ਨਹੀਂ ਜਾਏਗਾ। ਮਨ ਊਹਾ ਨਾਮ ਤੇਰੇ ਸੰਗ ਸਹਾਈ, ਸਿਰਫ ਨਾਮ ਉਸ ਪਰਮਾਤਮਾ ਦਾ ਜਿਹੜਾ ਹੈ। ਸੋ ਜਿਹੜਾ ਇੱਕ ਇਨਸਾਨ ਅੱਛਾ ਡਿਸਿਪਲਿਨਡ ਲਾਈਫ ਬਤੀਤ ਕਰਦਾ ਹੈ ਉਹ ਸਿਰਫ ਆਪਣੀ ਲਾਈਫ ਨੂੰ ਬੈਟਰ ਨਹੀਂ ਕਰਦਾ, ਉਹ ਆਪਣੇ ਆਲੇ ਦੁਆਲੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਦੀ ਲਾਈਫ ਨੂੰ ਇੰਪਰੂਵ ਕਰਦਾ ਹੈ। ਔਰ ਐਸੇ ਜਿਹੜੇ ਸਿੱਖ ਨੇ ਜਿਹੜੇ ਰਹਿਤ 'ਚ ਮਰਿਆਦਾ 'ਚ ਰਹਿੰਦੇ ਨੇ, ਗੁਰੂ ਸਾਹਿਬ ਸਾਨੂੰ ਇਹ ਹੁਕਮ ਕਰਦੇ ਨੇ ਕਿ ਵੀ ਉਹ ਜਿਹੜੇ ਸਿੱਖ ਨੇ ਉਹਨਾਂ ਦਾ ਅਸੀਂ ਜੋ ਇੱਕ ਸੰਗਤ ਹੈ ਉਹਨਾਂ ਦੀ ਕੰਪੈਨੀਅਨਸ਼ਿਪ ਜਿਹੜੀ ਹੈ ਉਹ ਰੱਖਣੀ ਹੈ ਤਾਂ ਕਿ ਅਸੀਂ ਉਹਨਾਂ ਦੇ ਕੋਲੋਂ ਕੁਝ ਸਿੱਖ ਸਕੀਏ। ਤੇ ਇਸ ਦੇ ਨਾਲ ਹੀ ਇਸ ਵਿਚਾਰ ਦੀ ਮੈਂ ਇੱਥੇ ਸਮਾਪਤੀ ਕਰਦਾ। ਆਪਣੀ ਲਿਮਿਟਿਡ ਸਮਝ ਮੁਤਾਬਿਕ ਜੋ ਮੈਨੂੰ ਗੱਲ ਸਮਝ ਆਈ ਮੈਂ ਉਹ ਆਪ ਸਭ ਦੇ ਨਾਲ ਗੁਰਬਾਣੀ ਦੇ ਵਿੱਚੋਂ ਲੈ ਕੇ ਸ਼ੇਅਰ ਕੀਤੀ ਹੈ, ਕਿਉਂਕਿ ਮੈਨੂੰ ਇਹ ਲੱਗਦਾ ਹੈ, ਮੇਰਾ ਇੱਕ ਵਿਸ਼ਵਾਸ ਹੌਲੀ ਹੌਲੀ ਬਣਦਾ ਜਾ ਰਿਹਾ ਹੈ ਕਿ ਜਿਸ ਵੇਲੇ ਅਸੀਂ ਗੁਰੂ ਸਾਹਿਬ ਦੇ 52 ਹੁਕਮਾਂ ਦੀ ਗੱਲ ਕਰਦੇ ਹਾਂ ਤੇ ਅਸੀਂ ਅਕਸਰ ਇਹ ਕੁਐਸਚਨ ਕਰਦੇ ਹਾਂ ਕਿ ਜੀ ਇਹ 52 ਹੁਕਮ ਕਿੱਥੋਂ ਆਏ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੇ ਨੇ, ਉਹਨਾਂ ਦੀ ਕਿਹੜੀ ਲਿਖਤ ਦੇ ਵਿੱਚ ਹੈ। ਅਸੀਂ ਉਹਦਾ ਡਿਸਕਸ ਵੀ ਕੀਤਾ ਸੀ ਉਹਨਾਂ ਦੇ ਰਹਿਤਨਾਮੇ, ਪਰ ਅਸੀਂ ਅਗਰ ਇਹਨਾਂ ਨੂੰ ਪ੍ਰੋਪਰਲੀ ਐਨਾਲਾਈਜ਼ ਕਰਕੇ ਦੇਖੀਏ ਤੇ what we will understand is ਕਿ ਅਸਲ ਦੇ ਵਿੱਚ ਇਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਔਰ ਹੋਰ ਜਿੰਨੇ ਵੀ ਪਾਠ ਔਰ ਗੁਰਸਿੱਖ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਇਹ ਉਹ ਚੀਜ਼ਾਂ ਨੇ, ਇਹ ਉਹ ਕੋਡ ਆਫ ਕੰਡਕਟ ਔਰ ਪ੍ਰਿੰਸੀਪਲਸ ਆਫ ਬੈਟਰ ਲਿਵਿੰਗ ਹੈ ਜਿਨ੍ਹਾਂ ਦਾ ਕਿ ਉਹਨਾਂ ਸਾਰੇ ਗੁਰੂ ਸਾਹਿਬ ਨੇ ਬਾਰ-ਬਾਰ ਜ਼ਿਕਰ ਕੀਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿਰਫ ਉਹਨਾਂ ਨੂੰ ਇੱਕ ਅਮਲੀ ਜਾਮਾ ਦੇ ਕੇ ਇੱਕ ਉਸ ਨੂੰ ਇੱਕ ਪ੍ਰੋਪਰ ਸ਼ੇਪ ਦਿੱਤੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਅਸੀਂ ਕਿਸ ਤਰ੍ਹਾਂ ਪ੍ਰਿੰਸੀਪਲ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨੀ ਹੈ। ਸਾਡੇ ਕੰਟਰੀਜ਼ ਦੇ ਵਿੱਚ ਸਾਡੀਆਂ ਕਨਸਟੀਟਿਊਸ਼ਨਸ ਨੇ, ਪੈਨਲ ਕੋਡਸ ਹੈਗੇ ਨੇ ਕਿ ਕਿਸ ਤਰ੍ਹਾਂ ਅਸੀਂ ਆਪਣੀ ਕੰਟਰੀ ਨੂੰ ਗਵਰਨ ਕਰਨਾ ਹੈ, ਕਿਸ ਤਰ੍ਹਾਂ ਸਿਟੀਜ਼ ਨੂੰ ਰਨ ਕਰਨਾ ਹੈ। They are formalized methods of living a better and more conducive and productive life. That's what Guru Sahib has done by formalizing these 52 hukams, ਜਿਨ੍ਹਾਂ ਵਿੱਚੋਂ ਕੋਈ ਅੱਜ ਦਾ ਜਿਹੜਾ ਹੁਕਮ ਸੀਗਾ ਉਹ ਸਾਡਾ ਸੀ ਕਿ ਵੀ ਕਿਸ ਤਰ੍ਹਾਂ ਅਸੀਂ ਰਹਿਤ ਵਾਲੇ ਸਿੱਖਾਂ ਦੀ ਸੰਗਤ ਕਰਨੀ ਹੈ ਤਾਂ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾ ਸਕੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।